ਸਵਾਗਤ ਹੈ ਇੰਡੀਅਨ ਨਿਊਜ਼ ਪੰਜਾਬ ਚ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਤਾਕਰਾ। ਇਸ ਡਿਬੇਟ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ, ਦੱਸ ਦਈਏ ਕਿ ਸਾਡੇ ਦੇਸ਼ ਦੇ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਤਿਉਹਾਰਾਂ ਦੇ ਦਿਨ ਚੱਲ ਰਹੇ ਨੇ ਤੇ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਲੋਕ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਮਾਰਕੀਟ ਵਿੱਚ ਜਾਂਦੇ ਨੇ, ਆਪਣੀ ਖਰੀਦਦਾਰੀ ਕਰਦੇ ਨੇ, ਕਿਉਂਕਿ ਤਿਉਹਾਰ ਸਾਡੇ ਦੇਸ਼ ਦਾ ਇੱਕ ਸੁੱਚਾ ਤੇ ਪਵਿੱਤਰ ਪ੍ਰਤੀਕ ਮੰਨੇ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਲੋਕ ਆਪਣੀ ਖਰੀਦਦਾਰੀ ਤੇ ਵਿਆਹ ਸਮਾਗਮ ਵੀ ਬੁਰੇ ਜੋਰਾਂ ਸ਼ੋਰਾਂ ਦੇ ਨਾਲ ਹੁੰਦੇ ਨੇ। ਪਰ ਇਸ ਵਾਰ ਕਿਤੇ ਨਾ ਕਿਤੇ ਤੀਸਰੀ ਲਹਿਰ ਦਾ ਖਤਰਾ ਜ਼ਰੂਰ ਮੰਡਰਾ ਰਿਹਾ ਹੈ। ਦੱਸ ਦਈਏ ਕਿ ਪਿਛਲੇ 2 ਸਾਲਾਂ ਦੇ ਵਿੱਚ ਕਰੋਨਾ ਮਹਾਮਾਰੀ ਨੂੰ ਲੈ ਕੇ ਲਗਾਤਾਰ ਤਿਉਹਾਰ ਵੀ ਫਿੱਕੇ ਰਹੇ ਤੇ ਨਾਲ ਦੇ ਨਾਲ ਹੀ ਦੱਸ ਦਈਏ ਕਿ ਲੋਕਾਂ ਵੱਲੋਂ ਵਿਆਹ ਸ਼ਾਦੀਆਂ ਵੀ ਘੱਟ ਕੀਤੀਆਂ ਗਈਆਂ ਤੇ ਇਸ ਵਾਰ ਦੂਸਰੀ ਲਹਿਰ ਖਤਮ ਹੋਣ ਤੋਂ ਬਾਅਦ ਹੁਣ ਦੁਬਾਰਾ ਤੋਂ ਜਦੋਂ ਸਰਕਾਰ ਵੱਲੋਂ ਰਿਲੈਕਸੇਸ਼ਨ ਦਿੱਤੀਆਂ ਗਈਆਂ ਨੇ ਤੇ ਹੁਣ ਲੋਕ ਵੀ ਬਾਹਰ ਆ ਕੇ ਆਪਣੇ ਕੰਮਕਾਰ ਕਰ ਰਹੇ ਨੇ ਤੇ ਨਾਲ ਦੀ ਨਾਲ ਜੋ ਆਰਥਿਕ ਮੰਦੀ ਚੱਲੀ ਗਈ ਸੀਗੀ ਵਪਾਰੀਆਂ ਨੂੰ, ਉਹ ਵੀ ਇਸ ਵਾਰ ਕਿਤੇ ਨਾ ਕਿਤੇ ਸੋਚਿਆ ਜਾ ਰਿਹਾ ਹੈ ਕਿ ਤਿਉਹਾਰ ਜੇ ਵਧੀਆ ਲੰਘਣਗੇ ਤਾਂ ਜੋ ਆਰਥਿਕ ਤੰਗੀ ਤੇ ਉਸ ਤੋਂ ਉਭਰਨ ਦਾ ਇੱਕ ਮੌਕਾ ਜ਼ਰੂਰ ਮਿਲ ਰਿਹਾ ਹੈ। ਪਰ ਇਸ ਦੇ ਉੱਤੇ ਕਿਤੇ ਨਾ ਕਿਤੇ ਦੇਖਿਆ ਜਾਵੇ ਤੇ ਤੀਸਰੀ ਲਹਿਰ ਦਾ ਜੋ ਖਤਰਾ ਮੰਡਰਾ ਰਿਹਾ, ਜੋ ਵਿਸ਼ੇਸ਼ज्ञ ਨੇ, ਜੋ ਸਪੈਸ਼ਲ ਸਲਾਹਕਾਰ ਨੇ ਇਸ ਸਾਰੀ ਸਿਚੁਏਸ਼ਨ ਦੇ ਉੱਤੇ ਨਜ਼ਰ ਰੱਖੇ ਹੋਏ ਨੇ, ਉਹ ਕਿਤੇ ਨਾ ਕਿਤੇ ਦੱਸ ਰਹੇ ਨੇ ਕਿ ਤੀਸਰੀ ਲਹਿਰ ਆ ਸਕਦੀ ਹੈ ਤੇ ਜੇ ਆਈ ਤਾਂ ਉਸਦਾ ਕਿੰਨਾ ਖਤਰਾ ਹੋਵੇਗਾ ਤੇ ਕਿਸ ਤਰ੍ਹਾਂ ਦੇ ਸਾਰੇ ਇੰਤਜ਼ਾਮ ਕਰਨੇ ਪੈਣਗੇ। ਤੇ ਅੱਜ ਇਸੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਡਾਕਟਰ ਅਜੇਵੰਤ ਚੀਮਾ, डायरेक्टर ने चीमा मेडिकल कंपलैक्स, विनीत शर्मा प्रधान व्यापार मंडल ते जगजीत सिंह कोछड़ अर्थशास्त्री ते उद्योगपति ने। स्वागत है साਰਿਆਂ ਦਾ ਇਸ स्पेशल डिबेट ਦੇ ਵਿੱਚ। थैंक यू सो मच। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਤੁਹਾਡੇ ਤੋਂ। ਮੈਂ ਪਹਿਲਾ ਸਵਾਲ ਲੈਣਾ ਚਾਹਾਂਗਾ, ਜਿਸ ਤਰ੍ਹਾਂ ਪੂਰਾ ਸਮਾਂ ਨਿਕਲਿਆ ਸਾਡਾ ਕਰੋਨਾ ਦੇ ਵਿੱਚ, ਤਿਉਹਾਰ ਵੀ ਬੰਦ ਹੋ ਗਏ, ਸਰਕਾਰਾਂ ਵੱਲੋਂ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਤੇ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ, ਚਾਹੇ ਟਾਈਮ ਜ਼ਰੂਰ ਲੱਗਾ ਹੌਲੀ ਹੌਲੀ, ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀਗਾ ਕਿ ਇਹ ਬਿਮਾਰੀ ਕਿਸ ਤਰ੍ਹਾਂ ਦੀ ਹੈ, ਕਿਸ ਤਰ੍ਹਾਂ ਫੈਲੇਗੀ ਤੇ ਇਸ ਦਾ ਕਿੰਨਾ ਪ੍ਰਭਾਵ ਰਹੇਗਾ। ਪਰ ਹੁਣ ਦੁਬਾਰਾ ਤੋਂ ਜਦੋਂ ਤਿਉਹਾਰ ਆ ਰਹੇ ਨੇ, ਲੋਕ ਘਰਾਂ ਦੇ ਵਿੱਚੋਂ ਨਿਕਲ ਰਹੇ ਨੇ, ਦੇਖਿਆ ਜਾਵੇ ਤੇ ਸੋਸ਼ਲ ਡਿਸਟੈਂਸਿੰਗ ਕਿਤੇ ਨਾ ਕਿਤੇ ਦਿਖਾਈ ਨਹੀਂ ਦੇ ਰਹੀ ਤੇ ਮਾਸਕ ਤੇ ਨਾਲ ਦੇ ਨਾਲ ਜੋ ਵੈਕਸੀਨ ਦੀ ਜਿਹਨੂੰ ਕਿਹਾ ਜਾ ਰਿਹਾ ਹੈ ਜੀਵਨ ਦਾਨ ਦੇ ਰਹੀ ਹੈ ਵੈਕਸੀਨ, ਤੇ ਉਸ ਨੂੰ ਲੈ ਕੇ ਹੁਣ ਤੀਸਰੀ ਲਹਿਰ ਦੇ ਵਿੱਚ ਕਿਸ ਤਰ੍ਹਾਂ ਦੇ ਸਮਾਨ ਤੇ ਕਿਸ ਤਰ੍ਹਾਂ ਦਾ ਜੋ ਸਾਰਾ ਸਿਸਟਮ ਸਮਝਿਆ ਜਾ ਰਿਹਾ ਹੈ। ਸਭ ਤੋਂ ਪਹਿਲੀ ਗੱਲ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਚੈਨਲ ਦਾ ਕਿ ਜਿਸ ਨੇ ਮੈਨੂੰ ਇਨਵਾਈਟ ਕੀਤਾ ਤੇ ਇੰਨੇ ਦਿੱਗਜ ਲੋਕਾਂ ਦੇ ਵਿੱਚ ਬੈਠਣ ਦਾ ਮੌਕਾ ਦਿੱਤਾ। ਐਸ ਫਾਰ ਐਸ ਤੀਜੀ ਲਹਿਰ ਜਿਹੜੀ ਹੈ ਉਹਦੇ ਆਉਣ ਦੀ ਸੰਭਾਵਨਾ ਜ਼ਰੂਰ ਹੈ, ਬਟ ਬਹੁਤ ਘੱਟ। ਕਾਰਨ ਕਿ ਇੱਕ ਤਾਂ ਵੈਕਸੀਨੇਸ਼ਨ ਬਹੁਤ ਜ਼ਿਆਦਾ ਹੋ ਚੁੱਕੀ ਹੈ, ਦੂਸਰੀ ਗੱਲ ਇਹ ਹੈ ਕਿ ਬਹੁਤ ਲੋਕਾਂ ਨੂੰ ਕੋਵਿਡ ਹੋ ਚੁੱਕਿਆ ਹੈ ਔਰ ਜਦ ਕੋਵਿਡ ਹੋ ਜਾਂਦਾ ਹੈ ਨੈਚੁਰਲ ਐਂਟੀਬਾਡੀਜ਼ ਵੀ ਬਣ ਜਾਂਦੀਆਂ ਹਨ। ਅਗਲੀ ਵਾਰ ਵਾਇਰਸ ਦਾ ਅਟੈਕ ਤਾਂ ਜ਼ਰੂਰ ਹੋ ਸਕਦਾ ਹੈ, ਬਟ ਉਹ ਵਾਇਰਸ ਕਿੰਨੀ ਬਿਮਾਰੀ ਤੁਹਾਡੇ ਸਰੀਰ ਦੇ ਵਿੱਚ ਲੈ ਕੇ ਆਉਂਦੀ ਹੈ ਉਹਦੇ ਵਿੱਚ ਫਰਕ ਪੈ ਜਾਂਦਾ ਹੈ। ਹੁਣ ਜਿਸ ਤਰ੍ਹਾਂ ਮੈਨੂੰ ਜੇ ਕੋਵਿਡ ਹੋ ਚੁੱਕਿਆ ਹੈ, ਮੈਨੂੰ ਕੋਈ ਬੰਦਾ ਵਾਇਰਸ ਦੇ ਵੀ ਦਿੰਦਾ ਹੈ ਤਾਂ ਮੈਨੂੰ ਉਸ ਤਰ੍ਹਾਂ ਦਾ ਅਸਰ ਆਉਣ ਦੀ ਪ੍ਰੋਬੇਬਿਲਿਟੀ ਘਟ ਜਾਂਦੀ ਹੈ। ਇਹੀ ਕੰਮ ਵੈਕਸੀਨ ਕਰਦੀ ਹੈ। ਸੋ ਤੀਸਰੀ ਲਹਿਰ ਜੇ ਆਏਗੀ ਤਾਂ ਬਹੁਤ ਹੀ ਘੱਟ ਆਏਗੀ ਔਰ ਜੇ ਆਏਗੀ ਤਾਂ ਉਹਦੇ ਵਿੱਚ ਉਨੀ ਸਵੈਰਿਟੀ ਬਿਮਾਰੀ ਦੀ ਨਹੀਂ ਹੋਏਗੀ, ਯਾਨੀ ਕਿ ਹਸਪੀਟਲਾਈਜੇਸ਼ਨਸ ਵੀ ਘੱਟ ਹੋਣਗੀਆਂ, ICU ਦੇ ਵਿੱਚ ਵੀ ਕੰਪੈਰੀਟਿਵਲੀ ਘੱਟ ਲੋਕੀ ਭਰਤੀ ਹੋਣਗੇ ਤੇ ਓਵਰਆਲ ਡੈਥਸ ਵੀ ਘੱਟ ਹੋਣਗੀਆਂ। ਸੋ ਚੁਕੰਨੇ ਰਹਿਣਾ ਜ਼ਰੂਰੀ ਹੈ, ਬਟ ਘਬਰਾਣਾ ਨਹੀਂ। ਜੀ ਡਾਕਟਰ ਸਾਹਿਬ, ਜੇ ਆਪਾਂ ਇਸੇ ਤਰ੍ਹਾਂ ਹੀ ਗੱਲ ਕਰੀਏ, ਕਿਉਂਕਿ ਕੁਝ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਤੀਸਰੀ ਲਹਿਰ ਦੇ ਵਿੱਚ ਬੱਚਿਆਂ ਨੂੰ ਜ਼ਿਆਦਾ ਡਰ ਹੈ। ਆਪਾਂ ਜੇ ਦੇਖੀਏ ਕਿ ਨਾਰਮਲੀ ਜਿੰਨੇ ਬੱਚੇ ਪਹਿਲਾਂ ਸੀ, ਬੜਿਆਂ ਬੱਚਿਆਂ ਨੂੰ ਹੋ ਵੀ ਚੁੱਕਿਆ ਹੈ। ਹੁਣ ਸਕੂਲ ਖੁੱਲੇ ਨੇ, ਫਿਰ ਕਈਆਂ ਨੂੰ ਖੰਘ ਜ਼ੁਕਾਮ ਦੇ ਸਿੰਪਟਮਸ ਆਉਂਦੇ ਹੈ। ਬੱਚਿਆਂ ਦੇ ਵਿੱਚ ਬਿਮਾਰੀ ਉਸ ਸਵੈਰਿਟੀ ਤੇ ਨਹੀਂ ਜਾਂਦੀ ਜਿੰਨੀ ਕਿ ਇੱਕ ਨਾਰਮਲ ਅਡਲਟ ਦੇ ਵਿੱਚ ਜਾਂਦੀ ਹੈ। ਨਾਲੇ ਅੱਜ ਇੱਕ ਖੁਸ਼ਖਬਰੀ ਦੇਣ ਦੀ ਗੱਲ ਇਹ ਹੈ ਕਿ 2 ਤੋਂ 18 ਸਾਲ ਤੱਕ ਦੀ ਕੋਵੈਕਸਿਨ ਦੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਅੱਜ ਦੀ ਹੀ ਹੁਣੇ ਤਾਜ਼ਾ ਖਬਰ ਹੈ ਕਿ 2 ਤੋਂ 18 ਸਾਲ ਦੇ ਬੱਚਿਆਂ ਦੇ ਵਿੱਚ ਕੋਵੈਕਸਿਨ ਦੀਆਂ 2 ਡੋਜ਼ੇਸ 20 ਦਿਨਾਂ ਦੇ ਅੰਤਰ ਤੇ ਲਗਾਉਣ ਦੀ ਮਨਜ਼ੂਰੀ ਮਿਲ ਗਈ ਹੈ। ਆਲਰੇਡੀ ਬੱਚਿਆਂ ਦੇ ਉੱਤੇ ਇਸ ਬਿਮਾਰੀ ਦਾ ਉਨਾ ਪ੍ਰਭਾਵ ਨਹੀਂ ਹੈ। ਸੋ ਤੀਸਰੀ ਲਹਿਰ ਦੇ ਵਿੱਚ ਜੋ ਇਹ ਕਿਹਾ ਜਾਂਦਾ ਸੀ ਕਿ ਦੂਸਰੀ ਲਹਿਰ ਦੇ ਵਿੱਚ ਵੀ ਸੀ ਜੀ ਬੱਚਿਆਂ ਨੂੰ ਹੋਏਗਾ, ਤੀਸਰੀ ਲਹਿਰ ਦੇ ਵਿੱਚ ਬੱਚਿਆਂ ਨੂੰ ਹੋਏਗਾ, ਸੋ ਉਹ ਜ਼ਿਆਦਾ ਕੇਅਰਫੁਲ ਰਹਿਣਾ ਜ਼ਰੂਰੀ ਹੈ। ਬਟ ਪੈਨਿਕ ਕ੍ਰੀਏਟ ਕਰਨਾ ਵੀ ਗਲਤ ਹੈ, ਬਿਕੋਜ਼ ਪੈਨਿਕ ਕ੍ਰੀਏਟ ਕਰਨ ਨਾਲ ਆਪਣੇ ਬਹੁਤ ਜ਼ਿਆਦਾ ਸਾਈਡ ਇਫੈਕਟਸ ਹੁੰਦੇ ਨੇ, ਜਿਵੇਂ ਕਿ ਐਂਗਜ਼ਾਇਟੀ,
डिप्रैशन, जी स्ट्रेस नाल होर बीमारियां थानू काबू कर लैंदियां। साइकोलॉजिकल बहुत ज्यादा इंपैक्ट किया है इस बीमारी ने। फिजिकल तो जी किया ही किया, जी फिजिकल दे विच तां सानू पता लग जाता है फलां बंदा बीमार होया, इन्ने बीमार होए, इन्नियां डेथ्स होईयां, आ परसेंटेज है। बट साइकोलॉजिकल बीमारी दे विच परसेंटेज कैलकुलेट करना बहुत मुश्किल है। और जो स्टडीज निकल के आ रही हैं उन्होंने दस्सिया है कि जो एदा एंड दे विच इफेक्ट होना है वो तो हजे उभर के आना है। जी, जी बिल्कुल। जी डॉक्टर साहब इसे दे नाल ही जे आपां गल करिए अगले मैं विनीत वर्मा जी नाल एक सवाल लेना चाहांगा। ਵਪਾਰ ਮੰਡਲ ਦੇ ਪ੍ਰਧਾਨ ਨੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਸਾਰੀ ਸਥਿਤੀ ਕਿਸ ਤਰ੍ਹਾਂ ਦੀ ਤੇ ਨਾਲ ਸਾਈਕੋਲੋਜੀਕਲ ਇਫੈਕਟ ਬਹੁਤ ਪਿਆ, ਫਿਜ਼ੀਕਲ ਇਫੈਕਟ ਬਹੁਤ ਪਿਆ, ਪਰ ਕਿਤੇ ਨਾ ਕਿਤੇ ਮਾਰਕੀਟ ਫਾਈਨੈਂਸ਼ੀਅਲੀ ਲੋਕਾਂ ਨੂੰ ਬਹੁਤ ਇਫੈਕਟ ਪਿਆ ਤੇ ਵਪਾਰ ਮੰਡਲ ਦੇ ਤੁਸੀਂ ਪ੍ਰਧਾਨ ਹੋ ਵਿਨੀਤ ਵਰਮਾ ਜੀ ਨਾਲ ਗੱਲ ਕਰਾਂਗੇ ਕਿ ਵਪਾਰ ਦੇ ਵਿੱਚ ਹੁਣ ਕਿਸ ਤਰ੍ਹਾਂ ਦੀ ਤੁਸੀਂ ਤੇਜ਼ੀ ਦੇਖ ਰਹੇ ਹੋ ਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਉਸ ਦੇ ਵਿੱਚ ਪਿਛਲੀ ਵਾਰ ਤਾਂ ਕੋਰੋਨਾ ਨੇ ਸਭ ਕੁਝ ਬੰਦ ਕਰ ਦਿੱਤਾ, ਹੁਣ ਕਿਸ ਤਰ੍ਹਾਂ ਦਾ ਵਪਾਰ ਦੇ ਵਿੱਚ ਪ੍ਰਭਾਵ ਦੇਖਣ ਨੂੰ ਮਿਲ ਰਿਹਾ? ਦੇਖੋ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਵੀ ਕਰੋਨਾ ਮਹਾਮਾਰੀ ਦੇ ਵਿੱਚ ਪਹਿਲਾਂ ਦੁਕਾਨਾਂ ਬੰਦ ਰਹੀਆਂ, ਮਾਰਕੀਟਾਂ ਬੰਦ ਰਹੀਆਂ, ਉਹਨਾਂ ਨੇ ਨੈਚੁਰਲੀ ਜਿਹੜਾ ਵਪਾਰੀ ਹੈਗਾ ਉਹਦੀ ਇਕਨੋਮਿਕਲੀ ਉਹਨੂੰ ਬਹੁਤ ਨੁਕਸਾਨ ਪਹੁੰਚਾਇਆ। ਇਸ ਗੱਲ 'ਚ ਕੋਈ ਡਿਨਾਈ ਨਹੀਂ ਕਰ ਸਕਦਾ। ਜੀ ਸੈਕੰਡਲੀ ਮੈਂ ਇਹਦੇ ਵਿੱਚ ਇੱਕ ਹੋਰ ਤੁਹਾਨੂੰ ਗੱਲ ਇੱਕ ਐਡ ਕਰਨਾ ਚਾਹੁੰਦਾ। ਦੇਖੋ ਜਿਹੜੀ ਚੀਜ਼ਾਂ ਵਪਾਰੀ ਨੇ ਆਪਦੇ ਪੱਧਰ ਤੇ ਕੋਈ ਸੇਫਟੀ ਨੋਰਮਸ ਨੇ, ਵਪਾਰੀ ਤਾਂ ਉਹ ਰੱਖਦਾ, ਪਰ ਸਾਨੂੰ ਇਹ ਗੱਲ ਅੱਜ ਤੁਹਾਡੇ ਚੈਨਲ ਰਾਹੀਂ ਅਸੀਂ ਜ਼ਰੂਰ ਸਰਕਾਰ ਤੱਕ ਪਹੁੰਚਾਉਣਾ ਚਾਹਾਂਗੇ। ਪਰ ਜਿਹੜੀ ਚੀਜ਼ ਸਰਕਾਰ ਦੇ ਹੱਥ 'ਚ ਹੁੰਦੀ ਹੈ ਉਹ ਸਰਕਾਰ ਆਪਦੇ ਪੱਧਰ ਤੇ ਫੇਲ ਰਹਿੰਦੀ, ਇਹਦੇ 'ਚ ਕੋਈ ਸ਼ੱਕ ਨਹੀਂ। ਅਗਰ ਸਰਕਾਰ ਦੀ ਪ੍ਰੋਪਰ, ਜਿੱਦਾਂ ਕਿ ਅਸੀਂ ਸੈਕੰਡ ਲਹਿਰ ਦੇ ਵਿੱਚ ਵੀ ਦੇਖਿਆ, ਪਹਿਲੀ ਲਹਿਰ ਦੇ ਵਿੱਚ ਜਿਹੜੀ ਗਵਰਨਮੈਂਟ ਦੀ ਪ੍ਰੈਪਰੇਸ਼ਨ ਆ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਹਰ ਪਾਸੋਂ ਹੀ ਫੇਲ ਰਹੀ ਹੈ। ਚਾਹੇ ਉਹ ਬੈਡਸ ਦੀ ਗੱਲ ਹੋਵੇ, ਚਾਹੇ ਆਕਸੀਜਨ ਦੀ ਗੱਲ ਹੋਵੇ, ਚਾਹੇ ਮੈਡੀਸਨ ਦੀ ਗੱਲ ਹੋਵੇ। ਸੋ ਅਸੀਂ ਇਹ ਜ਼ਰੂਰ ਚਾਹਾਂਗੇ ਵੀ ਜਿਹੜੀ ਸਰਕਾਰ ਹੈ ਵੀ ਵਪਾਰੀ ਤਾਂ ਦੇਖੋ ਕੋਆਪਰੇਟ ਕਰਦਾ, ਜਿੰਨਾ ਚਿਰ ਇਹਨਾਂ ਨੇ ਕਿਹਾ ਕੋਆਪਰੇਟ ਅੱਜ ਵੀ ਕਰ ਰਹੇ ਹਾਂ, ਅੱਗੇ ਵੀ ਕਰਦੇ ਰਹਾਂਗੇ। ਕਰੋਨਾ ਮਹਾਮਾਰੀ ਨੂੰ ਅਸੀਂ ਕੋਈ ਮਤਲਬ ਇਹਦੇ ਚ ਅਸੀਂ ਵੀ ਨਹੀਂ ਚਾਹਾਂਗੇ, ਕੋਈ ਵੀ ਨਹੀਂ ਇਨਫੈਕਟ ਚਾਹੂਗਾ ਵੀ ਲਾ ਲਈਏ, ਪਰ ਇਹ ਹੈ ਵੀ ਜਿਹੜੀ ਗਵਰਨਮੈਂਟ ਦੀਆਂ ਮਸ਼ੀਨਰੀਜ਼ ਨੇ ਉਹਨਾਂ ਨੂੰ ਵੀ ਪ੍ਰੋਪਰ ਦੇਖੋ ਪ੍ਰੋਪਰ ਐਕਟਿਵ ਹੋਣਾ ਚਾਹੀਦਾ। ਡਾਕਟਰ ਸਾਹਿਬ ਦੀ ਗੱਲ ਨਾਲ ਮੈਂ ਸਹਿਮਤ ਹਾਂ। ਦੇਖੋ ਪ੍ਰੀਕਾਸ਼ਨ, ਅਸੀਂ ਤਾਂ ਇਨਫੈਕਟ ਮੋਹਾਲੀ ਚ ਰਹਿੰਦੇ ਹਾਂ, ਮੋਹਾਲੀ ਪੜ੍ਹਿਆ ਲਿਖਿਆ ਸ਼ਹਿਰ ਹੈ, ਔਰ ਮੈਨੂੰ ਲੱਗਦਾ ਕਰੋਨਾ ਦੀ ਜਿਹੜੀਆਂ ਪ੍ਰੀਕਾਸ਼ਨਸ ਨੇ ਉਹ ਤਾਂ ਇਨਫੈਕਟ ਸਾਰੇ ਦੁਨੀਆ ਨੂੰ ਅੱਜ ਦੀ ਰੇਟ 'ਚ ਬੱਚੇ ਨੂੰ ਪਤਾ, ਔਰ ਉਹ ਪ੍ਰਿਪੇਅਰ ਨੇ, ਉਹ ਲੈ ਵੀ ਰਹੇ ਨੇ। ਪਰ ਮੈਂ ਇਹਦੇ 'ਚ ਤੁਹਾਨੂੰ ਇੱਕ ਗੱਲ ਪ੍ਰਿੰਸ ਜੀ ਹੋਰ ਅੱਜ ਮੈਂ ਦੱਸਣਾ ਚਾਹੁੰਦਾ। ਦੇਖੋ ਜਿਹੜਾ ਸਰਕਾਰ ਦਾ ਜਿਹੜਾ ਹੈਲਥ ਇਨਫਰਾਸਟ੍ਰਕਚਰ ਹੈ ਨਾ, ਇਹਦੇ 'ਚ ਵਪਾਰੀ ਤਾਂ ਮਿਹਨਤ ਕਰ ਰਿਹਾ, ਲੋਕ ਵੀ ਮਿਹਨਤ ਕਰ ਰਹੇ ਨੇ, ਡਾਕਟਰ ਆਪਣੀ ਪੂਰੀ ਤਨਦੇਹੀ ਨਾਲ ਸਰਵਿਸ ਨਿਭਾ ਰਹੇ ਨੇ, ਪਰ ਜਿਹੜਾ ਸਰਕਾਰਾਂ ਦਾ ਮੁੱਢਲਾ ਢਾਂਚਾ ਹੈਲਥ ਸਰਵਿਸ ਦੇਣ ਦਾ ਹੈਗਾ ਉਹ ਕਿਤੇ ਨਾ ਕਿਤੇ ਟੋਟਲੀ ਫੇਲੀਅਰ ਆ। ਔਰ ਜੇ ਅੱਜ ਇਸ ਗੱਲ ਨੂੰ ਅਗਰ ਆਪਾਂ ਪਬਲਿਕਲੀ ਕਹਿੰਦੇ ਆ, ਔਰ ਇਹ 'ਚ ਕੋਈ ਦੁਰਾਏ ਨਹੀਂ ਹੋਊਗੀ ਵੀ ਉਹ ਅਗਰ ਇਹੋ ਜਿਹੀਆਂ ਕੋਈ ਬਿਮਾਰੀਆਂ ਜਿਹੜੀਆਂ ਚਲੋ ਕੁਦਰਤੀ ਆਫਤ ਹੈ, ਪਰ ਸਰਕਾਰ ਨੂੰ ਵੀ ਲੜਨ ਵਾਸਤੇ ਆਪਦੀ ਪ੍ਰੈਪਰੇਸ਼ਨ ਜਿਹੜੀ ਆ ਉਹ ਪੂਰੀ ਰੱਖਣੀ ਚਾਹੀਦੀ ਹੈ। ਕੰਮ ਮਸਲਾ ਹੱਲ ਤਾਂ ਹੀ ਹੋਣਾ। ਜੇ ਵੈਕਸੀਨੇਸ਼ਨ ਤੁਹਾਡੇ ਕੋਲ ਪ੍ਰੋਪਰ ਨਹੀਂ ਹੈ, ਤੁਸੀਂ ਕਹਿੰਦੇ ਵੈਕਸੀਨੇਸ਼ਨ ਲਵਾਓ, ਮੈਂ ਅੱਜ ਵੀ ਦੇਖੋ ਦਾਅਵੇ ਨਾਲ ਤੁਹਾਨੂੰ ਗੱਲ ਕਹਿਣਾ, ਫਸਟ ਡੋਜ਼ ਵੀ ਅੱਜ ਦੀ ਡੇਟ 'ਚ ਅਗਰ ਪੰਜਾਬੀਆਂ ਦੀ ਆਪਾਂ ਦੇਖੀਏ, ਮੈਨੂੰ ਲੱਗਦਾ 100% ਪੰਜਾਬੀਆਂ ਦੀ ਫਸਟ ਡੋਜ਼ ਤੱਕ ਨਹੀਂ ਲੱਗੀ। ਸੋ ਇਹ ਕਿਸੇ ਨਾ ਕਿਸੇ ਤਰੀਕੇ ਦੇਖੋ ਸਰਕਾਰ ਦੇ ਜਿਹੜੇ ਫੇਲੀਅਰ ਨੇ ਉਹ ਆਮ ਲੋਕਾਂ ਤੇ ਬੜੇ ਭਾਰੂ ਪੈਂਦੇ ਨੇ। ਮੈਂ ਇਹਦੇ 'ਚ ਤੁਹਾਨੂੰ ਇੱਕ ਕੋਟ ਨਾ ਬਹੁਤ ਜ਼ਿਆਦਾ ਲੰਬਾ ਨਹੀਂ ਕਰਦਾ, ਮੈਂ ਤੁਹਾਨੂੰ ਨੀਤੀ ਆਯੋਗ ਦੀ ਅੱਜ ਸਾਡੇ ਕੋਲ ਰਿਪੋਰਟ ਅਸੀਂ ਅੱਜ ਪੜ੍ਹ ਰਹੇ ਸੀ, ਤਾਂ ਤੁਸੀਂ ਦੇਖੋਗੇ ਅਗਰ ਅੱਜ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ 1 ਲੱਖ ਬੈੱਡ ਦੇ ਮਗਰ ਸਿਰਫ 1 ਲੱਖ ਪਰਸਨ ਦੇ ਮਗਰ ਸਿਰਫ 18 ਬੈਡਸ ਅਵੇਲੇਬਲ ਨੇ। ਮੈਂ ਦੇਖੋ ਸਰਕਾਰ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਵੀ ਜਿੱਥੇ ਇੰਨੀ ਆਬਾਦੀ ਵੱਧ ਗਈ, ਇੰਨਾ ਇਨਫਰਾਸਟ੍ਰਕਚਰ ਵੱਧ ਗਿਆ, ਕਮ ਸੇ ਕਮ ਸਰਕਾਰ ਨੂੰ ਥੋੜਾ ਬਹੁਤ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ। ਔਰ ਹੋਰ ਹੈਰਾਨੀ ਦੀ ਗੱਲ ਹੈ, ਅਗਰ 1980 ਦਾ ਜਿਹੜਾ ਡਾਟਾ ਸਾਡੇ ਕੋਲ ਅੱਜ ਮੌਜੂਦ ਹੈ, 1980 ਦੇ ਵਿੱਚ ਪੰਜਾਬ ਦੇ ਵਿੱਚ 4400 ਡਾਕਟਰਾਂ ਦੀਆਂ ਭਰਤੀਆਂ ਸੀਗੀਆਂ। ਅੱਜ ਦੇਖ ਲਓ ਆਬਾਦੀ 3-4 ਟਾਈਮ ਵੱਧ ਚੁੱਕੀ ਹੈ, ਅੱਜ ਵੀ 4400 ਦੀਆਂ 4400 ਭਰਤੀਆਂ ਹੀ ਨੇ, ਉਹ ਕਦੀ ਵਧਾਈਆਂ ਨਹੀਂ ਗਈਆਂ। ਪਤਾ ਨਹੀਂ ਸਮੇਂ-ਸਮੇਂ ਦੇ ਸਰਕਾਰਾਂ ਨੇ ਇਹ ਗੱਲ ਨੂੰ ਲਾਈਟਲੀ ਕਿਉਂ ਲਿਆ ਵੀ ਹੈਲਥ ਇੱਕ ਇੰਪੋਰਟੈਂਟ ਵਿਸ਼ੇ ਹੈ ਔਰ ਇਸ ਤੇ ਜ਼ਰੂਰ ਸਾਨੂੰ ਕੰਮ ਕਰਨਾ ਚਾਹੀਦਾ। ਔਰ ਹੋਰ ਵੱਡਾ ਬਣਾ ਵੀ 4400 ਚੋਂ 1000 ਖਾਲੀ ਪਈਆਂ ਨੇ। ਸੋ ਇਹ ਚੀਜ਼ਾਂ ਵੱਲ ਵੀ ਸਰਕਾਰ ਨੂੰ ਦੇਖੋ ਧਿਆਨ ਦੇਣਾ ਚਾਹੀਦਾ। ਜੇ ਇਨਫਰਾਸਟ੍ਰਕਚਰ ਇਹ ਹੈਲਥ ਦਾ ਮਜ਼ਬੂਤ ਕਰਨਗੇ ਤਾਂ ਹੀ ਜਿਹੜੀ ਹੈ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਵੀ ਇਸ ਤੋਂ ਭਿਆਨਕ ਵੀ ਬਿਮਾਰੀ ਹੋਊਗੀ। ਲੋਕੀ ਤਾਂ ਸਾਥ ਦਿੰਦੇ ਨੇ, ਪਰ ਸਰਕਾਰ ਨੂੰ ਵੀ ਆਪਦੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਣੀ ਚਾਹੀਦੀ। ਜੀ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ। ਜਿਸ ਤਰ੍ਹਾਂ ਸਰਕਾਰਾਂ ਨੇ ਕੰਮ ਕਰਨਾ ਚਾਹਿਆ ਸੀਗਾ ਜਾਂ ਕਰਨ ਦੇ ਐਲਾਨ ਕੀਤੇ ਸਨ, ਉਹ ਕਿਤੇ ਨਾ ਕਿਤੇ ਜ਼ਮੀਨੀ ਪੱਧਰ ਤੇ ਦੇਖਣ ਨੂੰ ਨਹੀਂ ਮਿਲੇ। ਨਾਲ ਹੀ ਗੱਲ ਕਰਾਂਗੇ ਜਗਜੀਤ ਕੋਚੜ ਜੀ ਨਾਲ, ਜਿਹੜੇ ਅਰਥ ਸ਼ਾਸਤਰੀ ਨੇ, ਉਦਯੋਗਪਤੀ ਵੀ ਨੇ। ਤੇ ਜਿਸ ਤਰ੍ਹਾਂ ਸਰ ਤੁਸੀਂ ਦੇਖ ਰਹੇ ਹੋ ਕਿ ਮਾਹੌਲ ਜਿਸ ਤਰ੍ਹਾਂ ਬਣਦਾ ਜਾ ਰਿਹਾ ਹੈ, ਲੋਕ ਘਰਾਂ ਤੋਂ ਬਾਹਰ ਆ ਰਹੇ ਨੇ ਤੇ ਜਿਹੜੇ ਸਪੈਸ਼ਲਿਸਟ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਵੈਕਸੀਨ ਉਹਦੀ ਵਰਤੋਂ ਜ਼ਰੂਰੀ ਕਰਨੀ ਚਾਹੀਦੀ ਹੈ। ਤੇ ਪਰ ਜਿਸ ਤਰ੍ਹਾਂ ਉਦਯੋਗ ਦਾ ਸਮਾਨ ਰਿਹਾ, ਵਪਾਰ ਦੀ ਤਾਂ ਗੱਲ ਕਰੀਏ ਕਿ ਰਿਟੇਲ ਦੁਕਾਨਾਂ ਮਾਰਕੀਟ ਦੇ ਵਿੱਚ ਲੋਕ ਜਾਣਾ ਬੰਦ ਹੋ ਗਏ ਕਿਉਂਕਿ ਕਰੋਨਾ ਆ ਗਿਆ, ਤੇ ਉਸ ਦੇ ਨਾਲ ਹੀ ਜੋ ਇੰਡਸਟਰੀ ਦਾ ਜਿੱਥੇ ਪੱਧਰ ਸੀਗਾ ਉਹ ਕਿਤੇ ਨਾ ਕਿਤੇ ਜ਼ਰੂਰ ਡਿੱਗਣ ਨੂੰ ਮਿਲਿਆ। ਤੇ ਹੁਣ ਤੁਸੀਂ ਕੀ ਸਮਝ ਰਹੇ ਹੋ ਸਾਰੀ ਸਿਚੁਏਸ਼ਨ ਤੇ?
जी कोचर साहब सुन पा रहे हो? लगता कोचर साहब ਨਾਲ ਸੰਪਰਕ ਨਹੀਂ ਹੋ ਪਾ ਰਿਹਾ। ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ। ਡਾਕਟਰ ਸਾਹਿਬ ਜਿਸ ਤਰ੍ਹਾਂ ਵਿਨੀਤ ਜੀ ਨੇ ਕਿਹਾ ਕਿ ਬੰਦਿਆਂ ਨੂੰ ਵੈਕਸੀਨੇਸ਼ਨ ਨਹੀਂ ਲੱਗ ਪਾ ਰਹੀ, 100 ਬੰਦੇ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਜੋ ਇੱਕ ਰੇਸ਼ੋ ਦੇ ਹਿਸਾਬ ਨਾਲ ਜੇ ਆਪਾਂ ਦੇਖੀ ਜਾਵੇ ਤੇ 10 ਦੇ ਵਿੱਚੋਂ ਕਿਤੇ ਨਾ ਕਿਤੇ 4 ਜਾਂ 5 ਬੰਦੇ ਇਸ ਤਰ੍ਹਾਂ ਦੇ ਇੰਨੀ ਰੇਸ਼ੋ ਹੈ ਕਿ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਲਗਵਾਈ ਹੈ। ਤੇ ਸਰਕਾਰਾਂ, ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਕਿ ਸਰਕਾਰ ਅਵੇਅਰ ਕਰਨ ਦੇ ਵਿੱਚ ਪਿੱਛੇ ਰਹਿ ਗਈ ਹੈ ਜਾਂ ਫਿਰ ਲੋਕਾਂ ਦੇ ਮਨ ਦੇ ਵਿੱਚ ਕੋਈ ਨਾ ਕੋਈ ਡਰ ਹੈ? ਇਹ ਬੇਸਿਕਲੀ ਐਜੂਕੇਸ਼ਨ ਜਿਹੜਾ ਲੋਕਾਂ ਦਾ ਹੈ ਉਹ ਬਹੁਤ ਜ਼ਰੂਰੀ ਹੈ। ਜਦ ਤਾਂ ਬਿਮਾਰੀ ਹੁੰਦੀ ਹੈ ਉਦੋਂ ਸਡਨਲੀ ਲੋਕ ਬਹੁਤ ਸੀਰੀਅਸ ਹੋ ਜਾਂਦੇ ਨੇ। ਜਿਸ ਤਰ੍ਹਾਂ ਬਿਮਾਰੀ ਘਟਦੀ ਹੈ ਉਸ ਤਰ੍ਹਾਂ ਲੋਕਾਂ ਦੇ ਮਨਾਂ ਦੇ ਵਿੱਚੋਂ ਇਸ ਦੀ ਇੰਪੋਰਟੈਂਸ ਖਤਮ ਹੁੰਦੀ ਚਲੀ ਜਾਂਦੀ ਹੈ। ਜੀ ਜੋ ਉਹ ਕਹਿੰਦੇ ਨੇ ਕਿ ਜਿੰਨਾ ਕੁ ਉਹ ਸਾਹਮਣੇ ਦਿਖਦੀ ਹੈ ਉਸ ਵੇਲੇ ਤਾਂ ਬੰਦਾ ਪੂਰਾ ਚੁਕੰਨਾ ਹੋਇਆ ਹੁੰਦਾ ਹੈ। ਹੁਣ ਜੇ ਵੈਕਸੀਨ ਲੱਗ ਵੀ ਰਹੀ ਹੋਵੇ ਤਾਂ ਬੜੀ ਵਾਰੇ ਦੇਖਣ ਚ ਆਇਆ, ਜੇ ਤੁਸੀਂ ਕਿਸੇ ਨੂੰ ਕਹੋ ਕਿ ਭਾਈ ਮਾਰਕੀਟ ਦੇ ਵਿੱਚ ਹੀ, ਜਿਸ ਤਰ੍ਹਾਂ ਇਹਨਾਂ ਨੂੰ ਪਤਾ ਹੈ ਕਿ ਮਾਰਕੀਟ ਵਾਲਿਆਂ ਨੇ ਆਪਣੇ ਲਗਵਾਏ ਹੈ, ਇੰਡਸਟਰੀਜ਼ ਵਾਲਿਆਂ ਨੇ ਆਪਣੇ ਲਗਵਾਏ ਹੈ, ਬੜੇ ਧਾਰਮਿਕ ਸੰਸਥਾਵਾਂ ਨੇ ਆਪਣਾ ਲਵਾਇਆ ਹੈ, ਫਿਰ ਵੀ ਮੇਰੇ ਨੋਟਿਸ ਦੇ ਵਿੱਚ ਆਇਆ ਹੈ ਕਿ ਕਈ ਵਾਰ ਲੋਕ ਗੁਆਂਢ ਤੋਂ ਵੀ ਉੱਠ ਕੇ ਨਹੀਂ ਲਵਾਉਣ ਆ ਰਹੇ। ਕਿਉਂ? ਕਿਉਂਕਿ ਉਹਨਾਂ ਦੇ ਮਨਾਂ ਦੇ ਵਿੱਚ ਸ਼ੱਕ ਹੈ ਜਾਂ ਕਿਤੇ ਨਾ ਕਿਤੇ ਉਹ ਇਸ ਚੀਜ਼ ਨੂੰ ਇੰਪੋਰਟੈਂਸ ਨਹੀਂ ਦੇ ਰਹੇ। ਸੋ ਇਹ ਡੈਫੀਨੇਟਲੀ ਹੈ ਕਿ ਐਜੂਕੇਟ ਕਰਨਾ ਲੋਕਾਂ ਨੂੰ ਬਹੁਤ ਜ਼ਰੂਰੀ ਹੈ। ਜੀ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਕਿ ਲੋਕ ਪਰਵਾਹ ਵੀ ਨਹੀਂ ਕਰ ਰਹੇ ਹੈਗੇ, ਜਿਸ ਤਰ੍ਹਾਂ ਹੁਣ ਤਿਉਹਾਰ ਸ਼ੁਰੂ ਹੋ ਗਏ, ਤੁਸੀਂ ਵੀ ਮਾਰਕੀਟ ਦੇ ਵਿੱਚ ਜਾਂਦੇ ਹੋਵੋਗੇ, ਜਿਸ ਤਰ੍ਹਾਂ ਪਹਿਲਾਂ ਲੋਕ ਥੋੜਾ ਪਰਵਾਹ ਕਰਦੇ ਸੀਗੇ ਕਿ ਸੋਸ਼ਲ ਡਿਸਟੈਂਸਿੰਗ ਆਪਾਂ ਬਣਾ ਕੇ ਰੱਖਣੀ ਹੈ, ਮਾਰਕੀਟ ਦੇ ਵਿੱਚ ਹੁਣ ਇਹ ਚੀਜ਼ਾਂ ਘਟਦੀਆਂ ਨਜ਼ਰ ਆ ਰਹੀਆਂ ਨੇ। ਲੋਕ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕਰ ਰਹੇ, ਮਾਸਕ ਨਹੀਂ ਪਾ ਰਹੇ। ਤੇ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਵੀ ਕਹਿ ਰਹੇ ਹੋ ਤੇ ਤੀਸਰੀ ਲਹਿਰ ਦੀ ਸੰਭਾਵਨਾ ਹੈ, ਪਰ ਜਿਸ ਤਰ੍ਹਾਂ ਤਿਉਹਾਰ ਆ ਰਹੇ ਨੇ, ਲੋਕ ਭਾਰੀ ਗਿਣਤੀ ਦੇ ਵਿੱਚ ਬਾਹਰ ਜਾ ਰਹੇ ਨੇ। ਸਰ ਇਹਦੇ ਵਿੱਚ ਇਹ ਵੀ ਕਾਰਨ ਹੈ ਕਿ ਲੋਕ ਬੜੀ ਦੇਰ ਤੋਂ ਅੰਦਰ ਘਰਾਂ ਦੇ ਵਿੱਚ ਬੈਠੇ ਸੀ। ਇਹ ਇੱਕ ਰਿਬਾਊਂਡ ਫਿਨੋਮੀਨਾ ਹੁੰਦਾ, ਜਿਸ ਤਰ੍ਹਾਂ ਕਿ ਤੁਸੀਂ ਸਪ੍ਰਿੰਗ ਨੂੰ ਦਬਾਓ ਤੇ ਛੱਡੋ ਤੇ ਉਹ ਜ਼ਿਆਦਾ ਅਸਰ ਕਰਦੀ ਹੈ। ਹੁਣ ਤੁਸੀਂ ਲੇਟਲੀ ਦੇਖਿਆ ਹੈ ਕਿ ਗੋਆ ਦੇ ਵਿੱਚ ਸਾਰੇ ਹੋਟਲਸ ਫੁੱਲ ਨੇ, ਜਿੱਥੇ ਦੇਖੋ ਪਾਰਟੀਆਂ ਹੋ ਰਹੀਆਂ ਨੇ। ਸੋ ਲੋਕਾਂ ਦੇ ਮਨਾਂ ਦੇ ਵਿੱਚ ਇਹ ਦੱਸਣਾ ਜ਼ਰੂਰੀ ਹੈ ਕਿ ਤੈਨੂੰ ਵੀ ਹੋ ਸਕਦਾ ਹੈ ਔਰ ਤੂੰ ਕੈਰੀਅਰ ਹੋ ਕੇ ਕਿਸੇ ਹੋਰ ਨੂੰ ਵੀ ਦੇ ਸਕਦਾ ਹੈ। ਇਹ ਇੱਕ ਰਿਸਪੌਂਸਿਬਿਲਿਟੀ ਹੁੰਦੀ ਹੈ, ਕਲਚਰਲ ਰਿਸਪੌਂਸਿਬਿਲਿਟੀ ਹੁੰਦੀ ਹੈ। ਜੇ ਤੁਸੀਂ ਦੇਖੋ ਕੁਝ ਯੂਰੋਪੀਅਨ ਸਕੈਂਡੀਨੇਵੀਅਨ ਕੰਟਰੀਜ਼ ਨੇ, ਨਾਰਵੇ, ਸਵੀਡਨ, ਉਹਦੇ ਵਿੱਚ ਜਦ ਹਾਲਾਂਕਿ ਉਹਨਾਂ ਦੀ ਆਬਾਦੀ ਬਹੁਤ ਘੱਟ ਹੈ, ਉੱਥੇ ਮੇਨਟੇਨ ਕਰਨਾ ਸੌਖਾ ਹੈ, ਬਟ ਫਿਰ ਵੀ ਜਦ ਉਹ ਕੰਟਰੀਜ਼ ਦੇ ਵਿੱਚ ਕਿਸੇ ਬੰਦੇ ਨੂੰ ਕੋਈ ਇੰਸਟਰਕਸ਼ਨ ਦਿੰਦੀ ਹੈ ਸਰਕਾਰ, ਤਾਂ ਉਹ ਉਹਨੂੰ ਬੈਟਰ ਫੋਲੋ ਕਰਦੇ ਹੈ ਰਾਦਰ ਦੈਨ ਦੀ ਏਸ਼ੀਅਨ ਕੰਟਰੀਜ਼। ਸੋ ਮੇਰਾ ਮੰਨਣਾ ਇਹ ਹੈ ਕਿ ਲੋਕਾਂ ਨੂੰ ਆਪਣਾ ਜਿਹੜਾ ਝੁਕਾਅ ਹੈ ਬਿਮਾਰੀ ਪ੍ਰਤੀ ਜਾਂ ਜਿਹੜਾ ਮਾਈਂਡਸੈਟ ਹੈ ਉਹ ਚੇਂਜ ਕਰਨਾ ਪਏਗਾ। ਜੀ ਜੀ ਗੱਲ ਕਰਾਂਗੇ ਵਿਨੀਤ ਵਰਮਾ ਜੀ, ਜਿਸ ਤਰ੍ਹਾਂ ਸਰ ਨੇ ਕਿਹਾ, ਡਾਕਟਰ ਸਾਹਿਬ ਨੇ ਕਿਹਾ ਕਿ ਲੋਕਾਂ ਨੂੰ ਆਪਣਾ ਮਾਈਂਡ ਚੇਂਜ ਕਰਨਾ ਪਵੇਗਾ। ਗੋਆ ਦੇ ਵਿੱਚ ਜਿਸ ਤਰ੍ਹਾਂ ਘੁੰਮਣ ਫਿਰਨ ਜਾ ਰਹੇ ਨੇ ਲੋਕ, ਉਸ ਤੋਂ ਪਹਿਲਾਂ ਦੀ ਤਸਵੀਰਾਂ ਜੇ ਅਸੀਂ ਤੁਹਾਨੂੰ ਮੈਂ ਥੋੜਾ ਪਿੱਛੇ ਲੈ ਕੇ ਚੱਲਾਂ, ਜਦੋਂ ਲੋਕਡਾਊਨ ਖੁੱਲਿਆ ਸੀ ਤਾਂ ਹਿਮਾਚਲ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਹਿਮਾਚਲ ਸਰਕਾਰ ਵੱਲੋਂ ਲੋਕਡਾਊਨ ਲਗਾ ਦਿੱਤਾ ਗਿਆ ਸੀਗਾ ਤੇ ਸਖਤੀ ਵਧਾ ਦਿੱਤੀ ਗਈ। ਤੇ ਇਸੇ ਤਰ੍ਹਾਂ ਦੀਆਂ ਜੇ ਤਸਵੀਰਾਂ ਹੁਣ ਦੁਬਾਰਾ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮਿਲੀਆਂ, ਤਾਂ ਕਿਸ ਤਰ੍ਹਾਂ ਆਪਾਂ ਕਰੋਨਾ ਤੋਂ ਜਿੱਤ ਪਾਵਾਂਗੇ? ਜੀ ਮੈਂ ਨਾ ਇਹਦੇ ਵਿੱਚ ਤੁਹਾਨੂੰ ਇੱਕ ਗੱਲ ਐਡ ਕਰਨਾ ਚਾਹੁੰਦਾ। ਦੇਖੋ, ਜਿਹੜਾ ਸਰਕਾਰ ਨੇ ਲੋਕਡਾਊਨ ਦੀ ਲਾਉਣ ਦੀ ਸ਼ੁਰੂਆਤ ਕਰੀ, ਪਹਿਲੀ ਗੱਲ ਤਾਂ ਸ਼ੁਰੂਆਤੀ ਤੌਰ ਤੇ ਸਰਕਾਰ ਦਾ ਹੀ ਫੇਲਿਅਰ ਰਿਹਾ। ਤੁਸੀਂ ਰਾਤੇ ਰਾਤ ਕਿਸੇ ਨੂੰ ਬੰਦ ਕਰ ਦੋਗੇ ਵੀ ਅੱਜ ਸਵੇਰੇ ਉੱਠ ਕੇ ਤੂੰ ਆਹ ਕੰਮ ਨਹੀਂ ਕਰਨਾ, ਇਹ ਕੋਈ ਲੌਜਿਕ ਥੋੜੀ ਹੈ। ਦੇਸ਼ ਹੈ, ਕੋਈ ਸਮਾਂ ਉਹਨਾਂ ਨੂੰ ਦੇਖੋ ਮਿਲਣਾ ਚਾਹੀਦਾ ਸੀ। ਸੋ ਪੈਨਿਕ ਤਾਂ ਸਰਕਾਰ ਨੇ ਆਪ ਕ੍ਰੀਏਟ ਕਰੀਆਂ। ਜਿਹੇ ਜਿਹੇ ਹਾਲਾਤ ਸਰਕਾਰ ਨੇ ਦੇਖੋ ਪੈਦਾ ਕਰੇ ਨੇ, ਇੰਨਾ ਡਰ। ਸੋ ਬੇਸਿਕਲੀ ਦੇਖੋ, ਮੈਂ ਡਾਕਟਰ ਸਾਹਿਬ ਚੀਮਾ ਸਾਹਿਬ, ਸਾਡੇ ਸਤਿਕਾਰਯੋਗ ਡਾਕਟਰ ਸਾਹਿਬ ਨੇ, ਮੈਂ ਇਹਨਾਂ ਦੀ ਗੱਲ ਤੋਂ ਸਹਿਮਤ ਹਾਂ। ਸਰਕਾਰ ਨੂੰ ਦੇਖੋ ਐਜੂਕੇਟ ਕਰਨਾ ਚਾਹੀਦਾ। ਰਹੀ ਗੱਲ ਵਪਾਰੀ ਦੀ, ਜਨਾਬ ਮੈਂ ਫਿਰ ਦੱਸਦਾ ਤੁਹਾਨੂੰ। ਦੇਖੋ, ਕਾਰਪੋਰੇਸ਼ਨ ਹੈ, ਪੁਲਿਸ ਹੈ, ਹੋਰ ਵੀ ਵੱਖ-ਵੱਖ ਮਹਿਕਮੇ ਨੇ ਜਿਨ੍ਹਾਂ ਦੀਆਂ ਪ੍ਰੋਪਰ ਚੈਕਿੰਗਾਂ ਵਪਾਰੀਆਂ ਦੀਆਂ ਦੁਕਾਨਾਂ ਤੇ ਚੱਲਦੀਆਂ ਰਹਿੰਦੀਆਂ। ਵਪਾਰੀ ਦੁਕਾਨ ਦੇ ਦੇਖੋ ਅੰਦਰ ਤਾਂ ਜ਼ਿੰਮੇਵਾਰ ਹੈਗਾ, ਵਪਾਰੀ ਦੁਕਾਨ ਦੇ ਬਾਹਰ ਜ਼ਿੰਮੇਵਾਰ ਨਹੀਂ। ਬਾਹਰਲੀ ਜਿਹੜੀ ਜ਼ਿੰਮੇਵਾਰੀ ਹੈ ਉਹ ਤਾਂ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਕਰਨੀ ਹੈ। ਜੇ ਬਾਹਰਲੀ ਜ਼ਿੰਮੇਵਾਰੀ ਵੀ ਸਾਡੇ ਕੋਲ ਹੋਵੇ ਤਾਂ ਆਪਾਂ ਉਸ ਗੱਲ ਬਾਰੇ ਹੁਣ ਤੁਹਾਨੂੰ ਤੁਸੀਂ ਮੇਰੀ ਗੱਲ ਨੂੰ ਜ਼ਿਆਦਾ ਸਮਝ ਸਕਦੇ ਹੋ ਵੀ ਫਿਰ ਐਡਮਿਨਿਸਟ੍ਰੇਸ਼ਨ ਦੀ ਸਾਨੂੰ ਲੋੜ ਵੀ ਕੀ ਹੈ, ਐਡਮਿਨਿਸਟ੍ਰੇਸ਼ਨ ਪੁਲਿਸ ਹੈਲਥ ਹਸਪਤਾਲ ਦੀ ਸਾਨੂੰ ਲੋੜ ਵੀ ਕੀ ਹੈ। ਸੋ ਇਹ ਰੈਗੂਲਰ ਦੇਖੋ ਜਿਹੜਾ ਚੈੱਕਅਪ ਹੈ, ਬਾਹਰ ਭੀੜ ਹੈਗੀ ਜਾਂ ਨਹੀਂ ਹੈ। ਵੈਸੇ ਤਾਂ ਦੇਖੋ ਆਪਣਾ ਜਿਹੜਾ ਮੁਲਕ ਹੈ ਉਹ ਪੜ੍ਹੇ ਲਿਖਿਆਂ ਦਾ ਮੁਲਕ ਹੈ, ਲੋਕ ਆਪਦੀ ਪ੍ਰੀਕਾਸ਼ਨ ਜ਼ਰੂਰ ਰੱਖਦੇ ਆ। ਜਦੋਂ ਵੈਕਸੀਨੇਸ਼ਨ ਦੀ ਵੀ ਗੱਲ ਹੋਈ, ਲੋਕਾਂ ਨੇ ਵੱਧ ਚੜ ਕੇ ਵੈਕਸੀਨਾਂ ਫਰੰਟ ਹੋ ਕੇ ਲਵਾਈਆਂ। ਅਸੀਂ ਇਨਫੈਕਟ ਸਾਰੇ ਮੋਹਾਲੀ 'ਚ ਅਣਗਿਣਤ ਕੈਂਪ ਲਵਾਏ ਨੇ। ਪਰ ਕਿਤੇ ਨਾ ਕਿਤੇ ਸਾਨੂੰ ਇੱਕ ਗੱਲ ਜ਼ਰੂਰ ਆਉਂਦੀ ਹੈ ਵੀ ਸਰਕਾਰ ਸਿਰਫ ਇਹ ਕਹਿੰਦੀ ਹੈ ਵੀ ਸਾਰਾ ਕੁਝ ਤੁਸੀਂ ਉਹ ਕਰਨਾ, ਅਸੀਂ ਕੁਝ ਨਹੀਂ ਕਰਨਾ। ਤੁਸੀਂ ਉਹ ਮਾਸਕ ਪਾ ਕੇ ਰੱਖਣੇ ਆ, ਤੁਸੀਂ ਉਹ ਸੈਨੀਟਾਈਜ਼ਰ ਰੱਖਣੇ ਆ। ਅੱਛਾ, ਤੁਹਾਡੀਆਂ ਦੁਕਾਨਾਂ ਵੀ ਅਸੀਂ ਬੰਦ ਕਰਾਵਾਂਗੇ, ਤੁਹਾਡੇ ਤੋਂ ਪਿਛਲੇ ਸਾਲ ਦੇ ਬਿੱਲ ਵੀ ਲਵਾਂਗੇ, ਤੁਹਾਡੀਆਂ ਬੰਦ ਦੁਕਾਨਾਂ ਦੇ ਬਿੱਲ ਵੀ ਲਵਾਂਗੇ। ਔਰ ਜਦੋਂ ਆਰਥਿਕ ਪੈਕੇਜ ਦੇਣ ਦੀ ਗੱਲ ਆਵੇ ਤਾਂ ਦੇਖੋ ਸਰਕਾਰ ਫਿਰ ਉਦੋਂ ਮੂੰਹ ਮੋੜਦੀ ਹੈ। ਗੱਲ ਵੀ ਚੰਗੀ ਨਹੀਂ।
ਸਰਕਾਰ ਨੂੰ ਵੀ ਚਾਹੀਦਾ ਵੀ ਕਮਾਊ ਪੁੱਤ ਹੈ ਵਪਾਰੀ, ਇਹਦਾ ਵੀ ਮਾੜਾ ਮੋਟਾ ਦੇਖੋ ਧਿਆਨ ਰੱਖਿਆ ਜਾਵੇ। ਤੁਸੀਂ ਜੋ ਰਿਸਟ੍ਰਿਕਸ਼ਨਸ ਕਹਿੰਦੇ ਹੋ ਵਪਾਰੀ ਮੰਨਦਾ ਮੰਨੂਗਾ ਵੀ, ਕਿਹੜਾ ਵਪਾਰੀ ਹੈ ਕੌਣ ਚਾਹੁੰਦਾ ਅੱਜ ਦੀ ਰੇਟ 'ਚ, ਕੋਈ ਵੀ ਦੇਸ਼ ਦਾ ਬਾਸ਼ਿੰਦਾ ਨਹੀਂ ਚਾਹੁੰਦਾ ਜਿਹਦੇ ਬੱਚੇ ਨੂੰ ਕੋਵਿਡ ਹੋਵੇ। ਸਭ ਪ੍ਰੀਕਾਸ਼ਨਸ ਹੈ, ਪਰ ਕਿਤੇ ਨਾ ਕਿਤੇ ਗੱਲ ਦੇਖ ਕੇ ਜ਼ਰੂਰ ਮਨ ਖੱਟਾ ਹੁੰਦਾ ਵੀ ਜਿਹੜੇ 72 73 ਸਾਲ ਜਿਹੜੇ ਵਪਾਰੀਆਂ ਨੇ ਇਹ ਦੇਸ਼ ਨੂੰ ਪਾਲਿਆ ਵੀ ਚਲਾਇਆ ਵੀ, ਔਰ ਇਨਫੈਕਟ ਜਿਹੜੇ ਅੱਜ ਦੀ ਰੇਟ 'ਚ ਚਾਹੇ ਹੁਕਮਰਾਨ ਨੇ ਚਾਹੇ ਅਫਸਰ ਸਾਹਿਬਾਨ ਬੈਠੇ ਨੇ ਉਹਨਾਂ ਦੀ ਤਨਖਾਹ ਵੀ ਵਪਾਰੀਆਂ ਦੇ ਦਿੱਤੇ ਹੋਏ ਟੈਕਸ ਨਾਲ ਆਉਂਦੀ ਆ। ਪਰ ਜਦੋਂ ਕੋਈ ਗੱਲ ਉਹ ਆਪਦੇ ਫੇਲਿਅਰ ਦੀ ਆਉਂਦੀ ਹੈ ਉਹ ਫਿਰ ਵਪਾਰੀ ਦੇ ਗੱਲ 'ਚ ਪਾ ਦਿੰਦੇ ਵੀ ਹਾਂਜੀ ਸਾਡਾ ਕਸੂਰ ਨਹੀਂ, ਮਾਰਕੀਟਾਂ 'ਚ ਰਸ਼ ਹੋ ਗਿਆ, ਮਾਰਕੀਟਾਂ ਬਾਹਰ ਭਰੀਆਂ ਪਈਆਂ ਨੇ, ਇਹਨਾਂ ਨੇ ਕੋਵਿਡ ਫੈਲਾਤਾ। ਸੋ ਇਹ ਗੱਲਾਂ ਦੇਖੋ ਕੋਈ ਕਿਤੇ ਨਾ ਕਿਤੇ ਆਪਾਂ ਸਾਰੇ ਜਾਣਦੇ ਹਾਂ, ਸਾਰੇ ਪੜ੍ਹੇ ਲਿਖੇ ਲੋਕ ਆ ਵੀ ਆਪਾਂ ਸਰਕਾਰ ਆਪਦੀ ਜ਼ਿੰਮੇਵਾਰੀ ਤੋਂ ਇਹ ਕਹਿ ਕੇ ਭੱਜ ਨਹੀਂ ਸਕਦੀ। ਦੁਕਾਨਦਾਰ ਅੰਦਰ ਵਪਾਰੀ ਦੀ ਜ਼ਿੰਮੇਵਾਰੀ, ਬਾਹਰ ਦੁਕਾਨ ਦੇ ਜਿਹੜੀ ਜ਼ਿੰਮੇਵਾਰੀ ਹੈ ਉਹ ਸੜਕਾਂ ਤੇ ਹੈ ਉਹ ਸਰਕਾਰ ਦੀ ਹੈ। ਸਰਕਾਰ ਨੂੰ ਇਹ ਗੱਲ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਸੋ ਰਹੀ ਗੱਲ ਥਰਡ ਵੇਵ ਦੀ, ਦੇਖੋ ਵਪਾਰੀ ਦੇ ਵੱਲੋਂ ਜੋ ਅਸੀਂ ਇਨਫੈਕਟ ਮੈਂ ਪੰਜਾਬ ਦਾ ਪ੍ਰੈਜ਼ੀਡੈਂਟ ਹਾਂ ਆਮ ਆਦਮੀ ਪਾਰਟੀ ਵੱਲੋਂ ਤੇ ਵਪਾਰ ਮੰਡਲ ਦਾ, ਵਪਾਰੀ ਅੱਜ ਵੀ ਨਾਲ ਹੈ ਸਰਕਾਰ ਦੇ, ਕੋਈ ਵੀ ਦੁੱਖ ਦੀ ਘੜੀ 'ਚ ਕੱਲ ਵੀ ਨਾਲ ਹੈ। ਇਨਫੈਕਟ ਪਾਰਟੀ ਬੰਦ ਉੱਠ ਕੇ ਵੀ ਸਾਰੇ ਨਾਲ ਨੇ, ਪਰ ਇਹ ਹੈ ਵੀ ਥੋੜਾ ਬਹੁਤ ਉਹਨਾਂ ਨੂੰ ਅਗਰ ਇਕਨੋਮਿਕਲ ਅਸੀਂ ਜ਼ਰੂਰ ਇਹਨਾਂ ਤੋਂ ਡਿਮਾਂਡ ਬੜੀ ਵਾਰੀ ਕਰੀਏ, ਹੁਣ ਵੀ ਕਰਦੇ ਹਾਂ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਵੀ ਜੇ ਦੇਸ਼ ਦੇ ਜਿਹੜਾ ਇਕਨੋਮੀ ਦਾ ਪਹੀਆ ਉਹਦੇ 'ਚ ਵਪਾਰੀ ਵੀ ਬਹੁਤ ਵੱਡਾ ਰੋਲ ਅਦਾ ਕਰਦਾ, ਇੰਡਸਟਰੀ ਸਾਡੇ ਭਰਾ ਬੈਠੇ ਨੇ ਇਹ ਵੀ ਰੋਲ ਅਦਾ ਕਰਦੇ ਨੇ। ਸੋ ਇਹ ਸਾਰਿਆਂ ਦੀ ਬਰਾਬਰ ਜ਼ਿੰਮੇਵਾਰੀ ਹੈ, ਸਾਂਝੀ ਲੜਾਈ ਹੈ, ਰਲ ਕੇ ਲੜਨੀ ਚਾਹੀਦੀ ਹੈ। ਜੀ ਕੋਚਰ ਸਾਹਿਬ ਤੁਹਾਡੇ ਕੋਲ ਸਵਾਲ ਲੈਣਾ ਚਾਹਾਂਗਾ ਕਿ ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਕਰੋਨਾ ਆਇਆ ਉਦੋਂ ਇੰਡਸਟਰੀ ਦੇ ਬੜੇ ਮਾੜੇ ਹਾਲਾਤ ਦੇਖਣ ਨੂੰ ਮਿਲੇ, ਕਿਉਂਕਿ ਇੰਡਸਟਰੀ ਬੰਦ ਹੋ ਗਈ, ਲੇਬਰ ਵਾਪਸ ਚਲੇਗੀ, ਲੇਬਰ ਨੇ ਜਾਣਾ ਤੁਰ ਕੇ ਜਾਣਾ ਸ਼ੁਰੂ ਕਰ ਦਿੱਤਾ, ਤੇ ਹੁਣ ਜੇ ਤੀਸਰੀ ਲਹਿਰ ਦੀ ਸੰਭਾਵਨਾ ਆ ਰਹੀ ਹੈ, ਤੁਸੀਂ ਇਹਨੂੰ ਕਿਸ ਤਰ੍ਹਾਂ ਸਮਝ ਪਾ ਰਹੇ? ਮੈਨੂੰ ਇਹ ਲੱਗਦਾ ਜਿਹੜਾ ਪਹਿਲੀ ਵੇਵ ਆਈ ਸੀਗੀ ਨਾ, ਇਟ ਵਾਜ਼ ਅ ਸ਼ੌਕ ਟ੍ਰੀਟਮੈਂਟ ਟੂ ਦ ਇਕੋਨਮੀ, ਔਰ ਉਹਦੇ ਬਾਅਦ ਜਦ ਸੈਕੰਡ ਵੇਵ ਆਈ ਤੇ ਵੀ ਵਰ ਮੈਂਟਲੀ ਪ੍ਰੀਪੇਅਰਡ। ਨਾਓ ਐਸ ਥਰਡ ਵੇਵ ਵਿੱਚ you see business is all about sentiments and hedging your risk। ਮੈਨੂੰ ਇਹ ਲੱਗ ਰਿਹਾ ਕਿ ਹਰ ਵਪਾਰੀ ਅੱਛੀ ਤਰ੍ਹਾਂ ਸਮਝ ਚੁੱਕਾ ਹੈ ਕਿ ਇਹੋ ਜਿਹੀ ਹਾਲਾਤ, it's not about third wave, there can be any other virus, it's a biological war situation, ਹੈ ਨਾ, ਉਹਦੇ ਵਿੱਚ ਇਹੋ ਜਿਹੇ ਹਾਲਾਤ ਬਣਦੇ ਰਹਿਣਗੇ। ਸੋ ਹਰ ਵਪਾਰੀ ਆਪਣੇ ਆਪ ਨੂੰ ਪੋਜ਼ਿਟਿਵ ਰੱਖ ਕੇ ਵਪਾਰ ਕਰ ਰਿਹਾ ਹੈ ਔਰ ਆਪਣੇ ਰਿਸਕ ਨੂੰ ਹੈਜ ਕਰਕੇ ਚੱਲ ਰਿਹਾ ਹੈ। ਮੈਨੂੰ ਇਹ ਲੱਗ ਰਿਹਾ ਉਹਦੇ ਨਾਲ ਥੋੜੀ ਰਿਕਵਰੀ ਸਲੋ ਹੋਏਗੀ, ਲੇਕਿਨ ਕੋਈ ਇਹੋ ਜਿਹਾ ਕੋਈ ਮਸਲਾ ਨਹੀਂ ਆਏਗਾ ਕਿ ਆਪਾਂ ਕੋਈ ਰਿਸੈਸ਼ਨ ਵਿੱਚ ਵੜ ਜਾਵਾਂਗੇ ਜਾਂ ਸਾਨੂੰ ਕੋਈ ਬਹੁਤ ਬੜਾ ਇੱਕ ਹੋਰ ਝਟਕਾ ਲੱਗਣ ਵਾਲਾ ਹੈ, ਕਿਉਂਕਿ ਹੁਣ ਵਪਾਰੀ ਤਿਆਰ ਹੈ, ਸਮਝਦਾਰ ਹੈ, ਔਰ ਇਹ ਜਿਹੜੀ ਆਪਦਾ ਹੈਗੀ ਹੈ ਇਹਨੂੰ ਨਜਿੱਠਣ ਲਈ ਤਿਆਰ ਹੈ। ਮੈਨੂੰ ਨਹੀਂ ਲੱਗਦਾ ਬਹੁਤ ਜ਼ਿਆਦਾ ਕੋਈ ਇੰਪੈਕਟ ਆਉਣ ਵਾਲਾ ਹੈ। ਖਾਸ ਕਰ ਅਗਰ ਪੰਜਾਬ ਬਾਰੇ ਸੋਚੀਏ ਤੇ ਆਪਾਂ ਕ੍ਰਿਸ਼ੀ ਪ੍ਰਧਾਨ ਹੈਗੇ ਆ, ਤੇ ਸਾਡੀ ਐਗਰੀਕਲਚਰ ਸੈਕਟਰ ਦੇ ਉੱਤੇ ਸਾਈਕਲਿਕ ਰਿਕੁਆਇਰਮੈਂਟ ਹੁੰਦੀ ਹੈ ਲੇਬਰ ਦੀ ਔਰ ਉਹਦੀ ਪ੍ਰੋਸੈਸਿੰਗ ਦੀ। ਸੋ ਉਹਦੇ ਵਿੱਚ ਵੀ ਕੋਈ ਬੜਾ ਵੱਡਾ ਇੰਪੈਕਟ ਨਹੀਂ ਆਣਾ। ਸੋ ਇਕਨੋਮਿਕਲੀ ਮੈਨੂੰ ਨਹੀਂ ਲੱਗਦਾ ਦੋ ਝਟਕੇ ਖਾਣ ਦੇ ਬਾਅਦ ਕੋਈ ਵੱਡਾ ਕੋਈ ਇੰਪੈਕਟ ਆਏਗਾ, ਇਹ ਮੇਰੀ ਸੋਚ ਹੈ। ਜੇ ਗੱਲ ਕਰੀਏ ਜਿਸ ਤਰ੍ਹਾਂ ਇੱਕ ਝਟਕੇ ਦੀ ਤੁਸੀਂ ਗੱਲ ਕਰ ਰਹੇ ਹੋ, ਇੰਡਸਟਰੀ ਨੂੰ ਬਹੁਤ ਲੱਗਾ, ਫਾਈਨੈਂਸ਼ੀਅਲੀ ਬਹੁਤ ਝਟਕਾ ਲੱਗਾ ਕਿ ਹੁਣ ਜਿਹੜੇ ਤਿਉਹਾਰ ਆ ਰਹੇ ਨੇ, ਜੇ ਇਹਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਜੇ ਤੀਸਰੇ ਲਹਿਰ ਦੀ ਸੰਭਾਵਨਾ ਦੀ ਗੱਲ ਕਰੀ ਜੇ ਨਹੀਂ ਵੀ ਆਈ, ਕਿ ਇੰਡਸਟਰੀ ਉੱਪਰ ਪਾਊਗੀ ਇਸ ਪੂਰੇ ਮਸਲੇ ਤੋਂ? ਦਰਅਸਲ ਪਤਾ ਕੀ ਹੈ, ਇੰਡਸਟਰੀ ਨੂੰ ਜਿਹੜੀ ਮਾਰ ਪਈ ਹੈ ਨਾ, ਉਸ ਪਹਿਲੇ ਝਟਕੇ ਵਿੱਚ ਉਮੀਦ ਸੀਗੀ ਕਿ ਸਰਕਾਰ ਵੱਲੋਂ ਕੋਈ ਸਪੋਰਟ ਮਿਲੇਗੀ। ਹੁਣ ਉਹ ਵੀ ਸਮਝ ਆ ਗਿਆ ਕਿ ਸਰਕਾਰ ਵੱਲੋਂ ਕੁਝ ਮਿਲਣਾ ਨਹੀਂ ਹੈ। ਜਿਹੜੇ ਲੋਨ ਨੇ ਉਹ ਲਾਇਬਿਲਿਟੀ ਨੇ, ਅਲਟੀਮੇਟਲੀ ਵਾਪਸ ਤੇ ਕਰਨੇ ਹੀ ਪੈਣੇ ਨਾ। ਸੋ ਇੱਕ ਸਾਡੇ ਟਾਈਮ ਤੇ ਆਪਾਂ ਮੇਰੇ ਫਾਦਰ ਕਿਹਾ ਕਰਦੇ ਸੀਗੇ, ਆਪਣੀ ਚਾਦਰ ਦੇ ਅੰਦਰ ਕੰਮ ਕਰੋ, ਡੋਂਟ ਸਪਰੈਡ ਯੋਰਸੈਲਫ ਟੂ ਫਾਸਟ। ਸੋ ਜਿਹੜੀ ਉਹ ਗਰੋਥ ਰੇਟ ਹੈ ਉਹਦੇ ਵਿੱਚ ਇੰਪੈਕਟ ਜ਼ਰੂਰ ਆਏਗਾ, ਲੇਕਿਨ ਮੈਨੂੰ ਇਹ ਲੱਗ ਰਿਹਾ ਕਿ ਵਪਾਰੀ ਨੇ ਇਹ ਸਾਰੀਆਂ ਗੱਲਾਂ ਨੂੰ ਆਲਰੇਡੀ ਹੈਜ ਕੀਤਾ ਹੋਇਆ ਹੈ ਕਿ ਜੋ ਉਹਦੀ ਐਕਸਪੈਕਟੇਸ਼ਨ ਹੈ ਇਸ ਫੈਸਟੀਵਲ ਤੋਂ ਹੈਗੀਆਂ ਨੇ, ਫੈਸਟੀਵਲ ਸੀਜ਼ਨ ਤੋਂ, ਉਹ ਉਮੀਦਾਂ ਸ਼ਾਇਦ ਪੂਰੀਆਂ ਨਾ ਹੋਣ ਕੁਝ ਸੈਕਟਰ ਲਈ। ਠੀਕ ਹੈ, ਸੋ ਯੈਸ ਇਟ ਇਜ਼ ਅ ਡਿਫਿਕਲਟ ਟਾਈਮ। ਪੂਰਾ 1.5 ਸਾਲ 2 ਸਾਲ ਲੱਗ ਗਏ ਸਾਨੂੰ, ਲੇਕਿਨ ਧੀਰੇ ਧੀਰੇ everything will become a new normal. So COVID is creating new normals for business also. It will be new normal. ਮੇਰੀ ਸੋਚ ਹੈ ਕਹਿੰਦੀ we all are prepared. ਜਿਸ ਤਰ੍ਹਾਂ ਹਮ ਕਹਿ ਸਕਦੇ ਹਾਂ ਕਿ ਆਪਾਂ ਇਹ ਤਿਉਹਾਰਾਂ ਦਾ ਸੀਜ਼ਨ ਹੈਗਾ, ਇਹਦੇ ਨਾਲ ਜਿੰਨੀਆਂ ਵੀ ਇੰਡਸਟਰੀਆਂ ਨੂੰ ਮਾਰ ਪਈ ਸੀ, ਚਾਹੇ ਉਹ ਸਾਈਕਲ ਇੰਡਸਟਰੀ ਹੋਵੇ, ਚਾਹੇ ਕੋਈ ਵੀ ਇੰਡਸਟਰੀ ਹੋਵੇ, ਜਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਵਿਆਹਾਂ ਦੇ ਜਿਹੜੇ ਕੰਮ ਕਰਦੇ ਸਨ, ਵੈਡਿੰਗ ਪਲੈਨਰ ਸਨ, ਮੈਰਿਜਸ ਪੈਲੇਸ ਸਨ, ਉਹਨਾਂ ਨੂੰ ਕਿਤੇ ਨਾ ਕਿਤੇ ਰਾਹਤ ਇਸ ਵਾਰ ਜ਼ਰੂਰ ਮਿਲ ਸਕਦੀ ਹੈ। ਦੇਖੋ ਪਤਾ ਕੀ ਹੈ,
ਜਿਹੜੇ ਫੈਸਟੀਵਲਸ ਹੈਗੇ ਨੇ, ਵਿਆਹ ਸ਼ਾਦੀਆਂ ਹੈਗੀਆਂ ਨੇ, ਉਹਨਾਂ ਦਾ ਸਕੇਲ ਡਾਊਨ ਜ਼ਰੂਰ ਹੋ ਗਿਆ, ਲੇਕਿਨ ਜਿਹੜੀ ਇੰਡਸਟਰੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੀ ਹੋਰ ਯੂਟਿਲਾਈਜੇਸ਼ਨ ਡਿਫਰੈਂਟ ਵਿਦਆਊਟ ਫੈਸਟੀਵਲ ਆਲਸੋ people have realized ਕਿ health ਲਈ ਸਾਈਕਲ ਦੀ ਬਹੁਤ ਜ਼ਰੂਰਤ ਹੈਗੀ ਹੈ, you have to maintain your health. So COVID has also brought attention towards environment, towards health. So ਉਹਨਾਂ ਸਾਰੀਆਂ ਚੀਜ਼ਾਂ ਨੇ ਵੀ ਇੱਕ ਨਵੀਂ opportunity create ਕੀਤੀ ਹੈ। ਦੂਜੀ ਗੱਲ ਜਿਹੜੀ ਹੈ ਅੱਜ ਕੱਲ e-vehicle ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਸਾਈਕਲ ਇੰਡਸਟਰੀ ਵਿੱਚ ਵੀ ਬੜੀ ਤੇਜ਼ੀ ਨਾਲ ਆ ਰਹੀ ਹੈ। So there will be new innovations, new way of life. ਮੈਨੂੰ ਇਹ ਨਹੀਂ ਲੱਗ ਰਿਹਾ ਕਿ ਆਪਾਂ ਨੂੰ ਜ਼ਿਆਦਾ ਪੈਨਿਕ ਹੋਣ ਦੀ ਜਾਂ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਹੈਗੀ ਹੈ। We all know how to deal with it. ਔਰ ਇਹ ਆਉਂਦੇ ਰਹਿਣੇ ਨੇ, ਇਹ ਚੱਲਦਾ ਰਹਿਣਾ ਹੈ। This is a new normal. So this is how I see it. ਡਾਕਟਰ ਸਾਹਿਬ ਨਾਲ ਗੱਲ ਕਰਾਂਗੇ। ਡਾਕਟਰ ਸਾਹਿਬ, ਜਿਸ ਤਰ੍ਹਾਂ ਹੁਣ ਕੋਚਰ ਸਾਹਿਬ ਨੇ ਕਿਹਾ ਕਿ ਜੋ ਇੱਕ ਨਵੀਂ ਸ਼ੁਰੂਆਤ ਦੇਖਣ ਨੂੰ ਮਿਲੀ ਹੈ, ਚਾਹੇ ਕਰੋਨਾ ਦੇ ਵਿੱਚ ਜਿੰਨਾ ਮਰਜ਼ੀ ਮਾੜੇ ਹਾਲਾਤ ਹੋਏ ਨੇ, ਚਾਹੇ ਲੋਕਾਂ ਨੂੰ ਫਾਈਨੈਂਸ਼ੀਅਲੀ ਸਹਿਣਾ ਪਿਆ ਹੈ, ਚਾਹੇ ਸਾਈਕੋਲੋਜੀਕਲ ਸਹਿਣਾ ਪਿਆ, ਪਰ ਇੱਕ ਨਵੀਂ ਸ਼ੁਰੂਆਤ ਦੇਖਣ ਨੂੰ ਮਿਲੀ ਹੈ ਜਦੋਂ ਪੂਰਾ ਐਟਮੋਸਫੇਅਰ ਸਾਫ਼ ਹੋ ਗਿਆ, এনवायरमेंट ਸਾਫ਼ ਹੋ ਗਿਆ ਕਿ ਪੰਜਾਬ ਤੇ ਹਿਮਾਚਲ ਦਾ ਪਹਾੜ ਤੱਕ ਦਿਖਣੇ ਸ਼ੁਰੂ ਹੋ ਗਏ, ਲੋਕਾਂ ਨੇ ਸਾਈਕਲ ਚਲਾਉਣਾ ਸ਼ੁਰੂ ਹੋ ਗਿਆ, ਹੈਲਥ ਤੇ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਮੈਂ ਸਰ ਨਾਲ ਐਗਰੀ ਕਰਦਾ ਇਸ ਗੱਲ ਤੇ ਵੀ ਲੋਕਾਂ ਨੇ ਡੈਫੀਨੇਟਲੀ ਹੈਲਥ ਨੂੰ ਪ੍ਰਾਇੋਰਟਾਈਜ਼ ਕੀਤਾ ਹੈ, ਪਰ ਅਸੀਂ ਇਹ ਦੇਖਦੇ ਹਾਂ ਕਿ ਇੱਕ ਹਿਊਮਨ ਹੈਬਿਟ ਹੈ ਕਿ ਹੈਲਥ ਹਮੇਸ਼ਾ ਲਾਸਟ ਆਉਂਦੀ ਹੈ ਏਜੰਡਾ ਤੇ। ਜਦ ਬੰਦਾ ਆਪਣੇ ਘਰ ਦਾ ਬਜਟ ਵੀ ਬਣਾਉਂਦਾ ਹੈ, ਉਹ ਹਰ ਚੀਜ਼ ਲਈ ਪੈਸੇ ਰੱਖਦਾ ਹੈ ਸਿਵਾਏ ਹੈਲਥ ਤੋਂ। ਸੋ ਇਹ ਜਿਹੜਾ ਹੈ, ਮੈਂ ਜਿਸ ਤਰ੍ਹਾਂ ਸਰ ਨੇ ਕਿਹਾ ਕਿ ਮੈਂ ਚਾਹੁੰਦਾ ਕਿ ਇਹ ਹਮੇਸ਼ਾ ਰਹੇ ਬੰਦੇ ਦੇ ਦਿਲ ਦੇ ਵਿੱਚ, ਪ੍ਰਾਇੋਰਟੀ ਮਾਈਂਡ ਦੇ ਵਿੱਚ ਪ੍ਰਾਇੋਰਟੀ ਰਹੇ ਕਿ ਮੈਂ ਐਕਸਰਸਾਈਜ਼ ਕਰਨੀ ਹੈ, ਮੈਂ ਯੋਗਾ ਕਰਨੀ ਹੈ, ਤਾਂ ਕਿ ਕੱਲ ਨੂੰ ਕੋਈ ਇਹ ਨਹੀਂ ਕੋਈ ਹੋਰ ਬਿਮਾਰੀ ਆਵੇ ਤਾਂ ਮੇਰਾ ਸਰੀਰ ਉਸ ਨੂੰ ਫਾਈਟ ਕਰਨ ਲਈ ਪ੍ਰੋਪਰਲੀ ਇਕਵਿਪਡ ਹੋਵੇ। ਪਰ ਹੁੰਦਾ ਕੀ ਹੈ ਕਿ ਹੌਲੀ ਹੌਲੀ ਓਵਰ ਦੀ ਮੰਥਸ ਉਹ ਮੇਨ ਪ੍ਰਾਇੋਰਟੀ ਖਤਮ ਹੁੰਦੀ ਜਾਂਦੀ ਹੈ ਹੈਲਥ ਦੀ, ਤੇ ਵਾਪਸ ਬੰਦਾ ਉਸ ਸਾਈਕਲ ਦੇ ਵਿੱਚ ਫਸਦਾ ਚਲਾ ਜਾਂਦਾ ਹੈ। ਸੋ ਇਸ ਲਈ ਜੇ ਸਰਕਾਰ ਇਹ ਕੰਮ ਕਰ ਸਕਦੀ ਹੈ ਕਿ ਕਿਸੇ ਤਰ੍ਹਾਂ ਦੇ ਰਿਮਾਈਂਡਰ ਦਿੰਦੀ ਰਹੇ ਜਾਂ ਆਰਗੇਨਾਈਜੇਸ਼ਨਸ ਰਿਮਾਈਂਡਰ ਦਿੰਦੀਆਂ ਰਹਿਣ ਇੱਕ ਦੂਜੇ ਨੂੰ, ਆਪਣੇ ਮੈਂਬਰਸ ਨੂੰ ਵੀ, ਭਾਈ ਬਚ ਕੇ ਚੱਲਿਓ, ਕੱਲ ਨੂੰ ਫੇਰ ਨਾ ਕੁਝ ਇਹੋ ਜਿਹਾ ਹੋ ਜੇ। ਹੈਲਥ ਵੱਲ ਕੀ ਜਿੰਨਾ ਤੁਸੀਂ ਉਦੋਂ ਫੋਕਸ ਦੇ ਰਹੇ ਸੀ ਹੁਣ ਵੀ ਓਨਾ ਹੀ ਦੇ ਰਹੇ ਹੋ, ਕੀ ਜੋ ਉਨੀ ਵਰਜਿਸ਼ ਕਰ ਰਹੇ ਸੀ ਹੁਣ ਵੀ ਕਰ ਰਹੇ ਹੋ, ਤੇ ਉਹ ਡੈਫੀਨੇਟਲੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਸਾਰੇ ਇਨਸਾਨਾਂ ਨੂੰ ਹੈਲਪ ਕਰੇਗਾ। ਜੀ ਵਿਨੀਤ ਵਰਮਾ ਜੀ, ਇਸੇ ਤੇ ਗੱਲ ਕਰਾਂਗੇ। ਤੁਹਾਡਾ ਕੀ ਮੰਨਣਾ ਹੈ ਇਸ ਸਾਰੇ ਦੇ ਵਿੱਚ ਕਿ ਵਪਾਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਤਬਦੀਲੀ ਆਈ ਹੈ? ਦੇਖੋ, ਵਪਾਰ 'ਚ ਜਿਹੜੀ ਤਬਦੀਲੀ ਨਹੀਂ ਕਹਿ ਸਕਦੇ, ਵਪਾਰੀ ਤਾਂ ਆਪਣੇ ਸਹੀ ਤਰੀਕੇ ਨਾਲ ਪਹਿਲਾਂ ਵੀ ਕੰਮ ਕਰ ਰਿਹਾ ਸੀ, ਹੁਣ ਵੀ ਕਰ ਰਿਹਾ, ਅੱਗੇ ਵੀ ਕਰਦਾ ਹੋਊਗਾ। ਬੇਸਿਕਲੀ ਦੇਖੋ, ਸਪੋਰਟ ਸਿਸਟਮ ਦੀ ਜ਼ਰੂਰ ਹੈ। ਕੋਚਰ ਸਾਹਿਬ ਨੇ ਵੀ ਦੇਖੋ ਕਿਹਾ, ਅਸੀਂ ਦੋਨੋਂ ਟ੍ਰੇਡ ਨੂੰ ਬਿਲੋਂਗ ਕਰਦੇ ਹਾਂ। ਇੱਕ ਗੱਲ ਜ਼ਰੂਰ ਹੈ ਵੀ ਜਿਹੜੀ ਗਵਰਨਮੈਂਟ ਲੈਵਲ ਤੇ ਜਿਹੜਾ ਕੋਈ ਸਿਸਟਮ ਹੈਗਾ, ਚਾਹੇ ਉਹ ਵੈਕਸੀਨੇਸ਼ਨ ਹੋਵੇ, ਇਹ ਚੀਜ਼ਾਂ ਪਹਿਲਾਂ ਪ੍ਰੀਪੇਅਰ ਹੋਣੀ ਚਾਹੀਦੀਆਂ। ਦੇਖੋ, ਫਸਟ ਵੇਵ, ਸੈਕੰਡ ਵੇਵ, ਥਰਡ ਵੇਵ ਤੱਕ ਪਹੁੰਚਣ ਤੋਂ ਬਾਅਦ ਵੀ ਅਗਰ ਸਾਡਾ ਹੈਲਥ ਇਨਫਰਾਸਟ੍ਰਕਚਰ ਕਿਤੇ ਨਾ ਕਿਤੇ ਨਹੀਂ ਇੰਪਰੂਵ ਹੋ ਰਿਹਾ ਜਾਂ ਆਪਾਂ ਉਹ ਹੈਲਥ ਇਨਫਰਾਸਟ੍ਰਕਚਰ ਨੂੰ ਪ੍ਰੋਪਰ ਜਾਂ ਆਪਾਂ ਕਰਨਾ ਨਹੀਂ ਚਾਹੁੰਦੇ, ਤਾਂ ਉਹ ਚੀਜ਼ਾਂ ਜ਼ਰੂਰ ਇਫੈਕਟ ਕਰਦੀਆਂ ਨੇ। ਬਾਕੀ ਦੇਖੋ, ਜਿਹੜੇ ਫੈਸਟੀਵਲ ਸੀਜ਼ਨਸ ਹੈ, ਮੈਂ ਇਹਦੇ 'ਚ ਤੁਹਾਨੂੰ ਗੱਲ ਬੜੀ ਕਲੀਅਰ ਦੱਸਣਾ ਚਾਹੁੰਦਾ। ਦੇਖੋ, ਸਾਰੇ ਸਾਲ ਦੇ ਵਿੱਚ ਵਪਾਰੀ ਉਹਨਾਂ ਨਹੀਂ ਕਮਾਉਂਦਾ ਜਿੰਨਾ ਉਹ ਫੈਸਟੀਵਲ ਸੀਜ਼ਨ 'ਚ ਕਮਾਉਂਦਾ, ਇਹਦੇ 'ਚ ਕੋਈ ਦੁਰਾਏ। ਸੋ ਇਹ ਚੀਜ਼ ਨੂੰ ਅਗਰ ਆਪਾਂ ਅੱਜ ਥਰਡ ਵੇਵ ਆਉਣ ਤੋਂ ਪਹਿਲਾਂ ਸਰਕਾਰ ਨੂੰ ਇਹ ਪ੍ਰੀਪਰੇਸ਼ਨ ਦੇਖੋ ਪਹਿਲਾਂ ਕਰਨੀ ਚਾਹੀਦੀ ਹੈ। ਔਰ ਮੈਨੂੰ ਲੱਗਦਾ ਜਿੰਨਾ ਰੈਵਨਿਊ ਇਸ ਫੈਸਟੀਵਲ ਸੀਜ਼ਨ ਦੌਰਾਨ ਸਰਕਾਰਾਂ ਨੂੰ ਮਿਲਦਾ, ਹੋਰ ਮਿਲਦਾ ਵੀ ਸ਼ਾਇਦ ਇਹ ਸੀਜ਼ਨ 'ਚ ਥੋੜਾ ਘੱਟ ਵੱਧ ਜ਼ਰੂਰ ਹੋਊਗਾ। ਸੋ ਇਹ ਚੀਜ਼ਾਂ ਸਰਕਾਰ ਨੂੰ ਆਪਣੇ ਲੈਵਲ ਤੇ ਪਹਿਲਾਂ ਦੇਖੋ ਤਿਆਰੀ ਕਰਨੀ ਚਾਹੀਦੀ ਹੈ। ਇਹ ਤਾਂ ਹੈ ਨਹੀਂ ਵੀ ਅੱਜ ਆਪਾਂ ਕੋਈ ਨਵੀਂ ਬਿਮਾਰੀ ਕੱਲ੍ਹ ਤੋਂ ਸ਼ੁਰੂ ਹੋਣ ਵਾਲੀ ਹੈ, ਸਾਡੇ ਕੋਲ ਉਹਦਾ ਇਲਾਜ ਨਹੀਂ। ਇੰਨਾ ਚਿਰ ਬਾਅਦ ਆਪਾਂ ਜਿੰਨੀ 21ਵੀਂ ਸਦੀ 'ਚ ਵੀ ਅਗਰ ਆਪਣੇ ਕੋਲ ਟ੍ਰੀਟਮੈਂਟ ਦੀ ਕਮੀ ਹੈਗੀ ਹੈ ਜਾਂ ਆਪਦੇ ਕੋਲ ਵੈਕਸੀਨੇਸ਼ਨ ਦੀ ਅਗਰ ਪ੍ਰੋਪਰ ਹਜੇ ਵੀ ਡੋਜ਼ਿਸ ਅਵੇਲੇਬਲ ਨਹੀਂ ਹੈ ਜਾਂ ਆਕਸੀਜਨ ਦੀ ਅਵੇਲੇਬਲ ਨਹੀਂ ਹੈ ਜਾਂ ਹੈਲਥ ਦਾ ਜਿਹੜਾ ਇਨਫਰਾਸਟ੍ਰਕਚਰ ਉਹ ਤੁਹਾਡਾ ਮਜ਼ਬੂਤ ਨਹੀਂ, ਡਾਕਟਰ ਨਹੀਂ, ਨਰਸਾਂ ਨਹੀਂ, ਸਟਾਫ ਨਹੀਂ, ਤਾਂ ਸੋ ਕਿਸੇ ਨਾ ਕਿਸੇ ਤਰੀਕੇ ਦੇਖੋ ਇਹ ਸਾਂਝੀ ਲੜਾਈ ਹੈ। ਮੈਂ ਫਿਰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ, ਇਹ ਸਾਰਿਆਂ ਦੇ ਕਲੈਕਟਿਵ ਡਿਸੀਜਨ ਹੈ। ਅਗਰ ਤੁਸੀਂ ਇੱਕ ਚੀਜ਼ ਨੂੰ ਕਹਿ ਦੋਗੇ ਵੀ ਇਹ ਕਰ ਲੈਣ ਤਾਂ ਹੋ ਜਾਵੇ, ਕਰੋ, ਏਦਾਂ ਨਹੀਂ। ਦੇਖੋ, ਵਪਾਰੀ ਕੋਈ ਵੀ ਹੋਵੇ, ਡਾਕਟਰ ਸਾਹਿਬ ਸਾਡੇ ਬੈਠੇ ਨੇ ਪੈਨਲ ਤੇ, ਇਹ ਸਭ ਬੰਦੇ ਆਪਣੀ ਤਹਿ ਦਿਲੋਂ ਜ਼ਿੰਮੇਵਾਰੀ ਇਹਨਾਂ ਨੇ ਕੋਵਿਡ ਦੇ ਵਿੱਚ ਵੀ ਨਿਭਾਈ ਹੈ, ਅੱਗੇ ਵੀ ਨਿਭਾਉਣਗੇ। ਪਰ ਸਰਕਾਰ ਨੂੰ ਵੀ ਦੇਖੋ ਕਿਤੇ ਨਾ ਕਿਤੇ ਗੰਭੀਰ ਹੋਣਾ ਚਾਹੀਦਾ। ਸਿਰਫ ਉਹਨਾਂ ਨੂੰ, ਚਾਹੇ ਵਪਾਰੀ ਹੈ ਜਾਂ ਹੋਰ ਵੀ ਜਿੰਨੇ ਵੀ ਸਾਡੇ ਵੱਖ-ਵੱਖ ਅਦਾਰੇ ਨੇ, ਉਹਨਾਂ ਨੂੰ ਸਿਰਫ ਪੈਸੇ ਕਮਾਉ ਨਹੀਂ ਦੇਖਣਾ ਚਾਹੀਦਾ। ਕੋਈ ਦੇਖੋ ਕਿਸੇ ਟਾਈਮ ਜੇ ਔਖਾ ਹਾਲਾਤ ਆਉਂਦਾ, ਉਹਨਾਂ ਨੂੰ ਅੱਗੇ ਆ ਕੇ ਉਹਨਾਂ ਦੀ ਬਾਂਹ ਜ਼ਰੂਰ ਫੜਨੀ ਚਾਹੀਦੀ ਹੈ। ਦੇਖੋ, ਇੰਡਸਟਰੀ ਵਾਲੇ ਹੋਣ ਚਾਹੇ ਸਾਡੇ ਵਪਾਰੀ ਹੋਣ, ਇਕਨੋਮਿਕ ਪੈਕੇਜ ਜੇ ਕੋਈ ਮੰਗਦਾ ਤਾਂ ਉਹ ਰਾਈਟ ਮਾਪਦਾ ਉਹਨਾਂ ਦਾ ਮੰਗਣਾ। ਸਰਕਾਰ ਨੂੰ ਕੁਛ ਨਾ ਕੁਛ ਰਾਹਤ ਦੇਖੋ ਵਪਾਰੀਆਂ ਵੱਲੋਂ ਅਸੀਂ ਜ਼ਰੂਰ ਡਿਮਾਂਡ ਕਰਾਂਗੇ, ਕਰਦੇ ਵੀ ਰਹੇ ਹਾਂ ਸਮੇਂ-ਸਮੇਂ ਸਿਰ, ਉਹਨਾਂ ਨੂੰ ਜ਼ਰੂਰ ਦੇਣੀ ਚਾਹੀਦੀ ਹੈ। ਤੇ ਕਿਉਂਕਿ ਸਰਕਾਰ ਜਿਹੜੀ ਹੈਗੀ ਹੈ ਉਹ ਇੱਕ ਸਟੇਟ ਦਾ ਮਾਈ ਬਾਪ ਹੁੰਦੀ ਹੈ। ਸੋ ਅਗਰ ਅੱਜ ਉਹਨਾਂ ਨੂੰ ਵੀ ਦਿਖਦਾ ਵੀ ਹਾਲਾਤ ਥੱਲੇ ਗਰਾਊਂਡ ਤੇ ਕੀ ਨੇ,
ਸੋ ਇਕਨੋਮਿਕ ਪੈਕੇਜ ਦੀ ਡਿਮਾਂਡ ਤਾਂ ਵਪਾਰੀਆਂ ਦੀ ਕੋਈ ਨਜਾਇਜ਼ ਨਹੀਂ, ਬਿਲਕੁਲ ਜਾਇਜ਼ ਡਿਮਾਂਡ ਹੈ। ਰਹੀ ਗੱਲ ਇਨਫਰਾਸਟ੍ਰਕਚਰ ਦੀ, ਉਹ ਦੇਖੋ ਸਰਕਾਰ ਦੇ ਹੱਥ 'ਚ ਹੈ। ਸਾਡੇ ਕੋਲ ਜੋ ਬਣ ਸਕੂਗਾ, ਅਸੀਂ ਪਹਿਲਾਂ ਵੀ ਕੋਵਿਡ 'ਚ ਵੀ ਸਰਕਾਰ ਦੀ ਹਰ ਗਾਈਡਲਾਈਨ ਦਾ ਫੋਲੋ ਅਪ ਕਰਿਆ, ਹੁਣ ਵੀ ਕਰਾਂਗੇ, ਔਰ ਅੱਗੇ ਵੀ ਜਿਹੜੀ ਕੋਈ ਟਾਈਮ ਤੋਂ ਨੌਰਮਸ ਬਣਦੇ ਰਹਿਣਗੇ। ਔਰ ਕਦੀ ਕਿਸੇ ਨੂੰ ਮੁਸੀਬਤ ਦੇ ਵਿੱਚ ਵੀ ਕਦੀ ਲੋੜ ਪਊਗੀ ਤਾਂ ਵਪਾਰੀਆਂ ਨੇ ਆਪਣੇ ਘਰ ਦੇ ਚੁੱਲ੍ਹੇ ਬੰਦ ਕਰਕੇ ਵੀ ਆਪਦੇ ਵਰਕਰਾਂ ਦੇ ਪਿੱਟ ਪਾਲੇ ਨੇ, ਔਰ ਉਹਨਾਂ ਨੂੰ ਬਚਾਉਣ 'ਚ ਵੀ ਇਹਨਾਂ ਨੇ ਪੂਰਾ ਯੋਗਦਾਨ ਦਿੱਤਾ। ਸੋ ਇਹ ਸਰਕਾਰ ਨੂੰ ਕਿਤੇ ਰੱਖਣੀ ਕਲੈਕਟਿਵ ਰਿਸਪੌਂਸਿਬਿਲਿਟੀ ਹੈ, ਉਹ ਸਾਰਿਆਂ ਨੂੰ ਆਪਾਂ ਨੂੰ ਰਲ ਕੇ ਜ਼ਰੂਰ ਕਰਨੀ ਚਾਹੀਦੀ ਹੈ। ਤਾਂ ਹੀ ਆਪਾਂ ਆਉਣ ਵਾਲੇ ਸਮੇਂ 'ਚ ਵੀ ਕੋਈ ਇਹੋ ਜਿਹੀਆਂ ਬਿਮਾਰੀਆਂ ਆਉਣ ਤਾਂ ਆਪਾਂ ਉਹਨਾਂ ਨਾਲ ਰਲ ਕੇ ਹੀ ਲੜ ਸਕਦੇ। ਜੀ ਕੋਚਰ ਸਾਹਿਬ, ਕਿਸ ਤਰ੍ਹਾਂ ਸਮਝ ਰਹੇ ਹੋ ਤੁਸੀਂ ਸਾਰੀ ਗੱਲ ਨੂੰ ਕਿ ਸਰਕਾਰ ਦੇ ਜਿਹੜੇ ਸਹੂਲਤਾਂ ਨੇ, ਸਰਕਾਰ ਦੇ ਜਿਹੜੇ ਪ੍ਰਬੰਧ ਨੇ, ਕਿੱਥੇ ਖਾਮੀਆਂ ਰਹਿ ਗਈਆਂ ਸਨ ਜਿਸ ਕਾਰਨ ਲੋਕਾਂ ਨੂੰ ਇੰਨਾ ਝੇਲਣਾ ਪਿਆ? ਤੁਸੀਂ ਆਈ ਥਿੰਕ ਇਹਦੇ 'ਚ ਇੱਕੋ ਚੀਜ਼ ਬੜੀ ਇੰਪੋਰਟੈਂਟ ਸੀਗੀ। ਨਾਰਮਲੀ ਕੀ ਹੁੰਦਾ ਜਦ ਕੋਈ ਆਪਦਾ ਆਉਂਦੀ ਹੈ ਨਾ ਇੰਨੇ ਸਕੇਲ ਦੀ, ਇਹੋ ਜਿਹੀ ਇੰਟੈਂਸਿਟੀ ਦੀ, ਤੇ ਜਿਹੜੇ ਸਾਡੇ ਸਮਾਜ ਦੇ ਭਿੰਨ ਅਦਾਰੇ ਨੇ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਜੋ ਸੋਸ਼ਲ ਸੈਕਟਰ ਤੇ ਕੰਮ ਕਰ ਰਹੀਆਂ ਨੇ, ਉਹ ਬੜਾ ਇੱਕ ਵੱਡਾ ਰੋਲ ਪਲੇ ਕਰਦੀਆਂ ਨੇ। ਐਤਕੀ ਵੀ ਸਾਰਿਆਂ ਨੇ ਬੜਾ ਵੱਡਾ ਰੋਲ ਪਲੇ ਕੀਤਾ। ਖਾਲੀ ਇੱਕੋ ਚੀਜ਼ ਜਿਹੜੀ ਮਿਸਿੰਗ ਸੀਗੀ ਉਹ ਸੀਗੀ ਸਾਡੇ ਕੋਲ ਆਕਸੀਜਨ ਦੀ ਅਵੇਲੇਬਿਲਿਟੀ। ਉਹਦਾ ਇੱਕ ਘਾਟ ਸੀਗਾ, ਉਹਦੀ ਡਿਮਾਂਡ ਸਡਨਲੀ ਇੰਨੀ ਸਰਚ ਕਰ ਗਈ ਕਿ ਉਹ ਉਹਨਾਂ ਦਾ ਇਨਫਰਾਸਟ੍ਰਕਚਰ ਸਾਡੇ ਕੋਲ ਨਹੀਂ ਸੀ। ਲੇਕਿਨ ਮੈਨੂੰ ਇਹ ਪਤਾ ਹੈ ਅੱਛੀ ਤਰ੍ਹਾਂ ਕਿ ਹੁਣ ਫਰੋਮ ਆਫਟਰ ਦੀ ਸੈਕੰਡ ਵੇਵ ਸਰਕਾਰ ਨੇ ਬਹੁਤ ਸਾਰੇ ਸਟੈਪ ਚੱਕੇ ਨੇ। ਹਸਪੀਟਲਸ ਨੇ ਵੀ ਆਪਣੇ ਇੰਡੀਪੈਂਡੈਂਸ ਲਗਾਏ ਨੇ, ਆਕਸੀਜਨ ਜਨਰੇਟਰ ਪਲਾਂਟਸ। ਸੋ ਔਰ ਜਿਹੜੀ ਸਮਾਜਿਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਐਕਸਪੀਰੀਅੰਸ ਹੈ ਹੁਣ ਕਿ ਇਹੋ ਜਿਹੀ ਅਗਰ ਕੋਈ ਗੱਲ ਹੋ ਗਈ ਤੇ ਆਪਾਂ ਹੁਣ ਇਨ ਫਿਊਚਰ ਕਿਵੇਂ ਹੈਂਡਲ ਕਰਨਾ ਹੈ। ਸੋ ਆਈ ਥਿੰਕ ਐਜ਼ ਅ ਸੋਸਾਇਟੀ, ਐਜ਼ ਅ ਹਿਊਮੈਨਿਟੀ, ਨਾਟ ਓਨਲੀ ਇਨ ਇੰਡੀਆ, ਖਾਲੀ ਪੰਜਾਬ ਹਿੰਦੁਸਤਾਨ ਦੀ ਗੱਲ ਨਹੀਂ ਹੈ, ਪੂਰੀ ਦੁਨੀਆ ਲਈ ਇਟਸ ਅ ਲਰਨਿੰਗ ਕਰਵ। ਅਸੀਂ ਸਾਰੇ ਮੈਂਟਲੀ ਸੋਸ਼ਲੀ ਪ੍ਰਿਪੇਅਰ ਹੋ ਰਹੇ ਹਾਂ ਕਿ ਇਹੋ ਜਿਹੀ ਚੀਜ਼ਾਂ ਨੂੰ ਆਪਾਂ ਅੱਗੇ ਕਿਵੇਂ ਫੇਸ ਕਰਨਾ ਹੈ। ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਸਰਕਾਰ ਦੀ, ਮੇਰਾ ਖਿਆਲ ਹੈ ਸਰਕਾਰ ਦੇ ਆਪਣੇ ਲਿਮਿਟਡ ਰਿਸੋਰਸਿਸ ਨੇ। ਉਹ ਹਾਲੀ ਤੇ ਆਪਣੇ EMPLOYEES ਨੂੰ ਤਨਖਾਹ ਦੇਣ ਜੋਗੀ ਵੀ ਬਣੀ ਰਹੇ ਤੇ ਬੜੀ ਵੱਡੀ ਗੱਲ ਹੈਗੀ ਹੈ। ਉਹਨਾਂ ਕੋਲੋਂ ਕੋਈ ਉਮੀਦ ਰੱਖਣੀ, ਖਾਸ ਕਰ ਕੰਟਰੀ ਲਾਈਕ ਆਵਰਸ ਜਿੱਥੇ ਕਿ ਸਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਕਾਫੀ ਮਾੜੀ ਹੈ, ਉਹਨਾਂ ਆਈ ਥਿੰਕ ਵਪਾਰੀਆਂ ਨੂੰ, ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝ ਆਣੀ ਪਏਗੀ ਕਿ ਆਪਾਂ ਨੂੰ ਸਰਕਾਰ ਕੋਲੋਂ ਉਮੀਦ ਕਰਨੀ ਇਟਸ ਅ ਵਿਸ਼ਫੁਲ ਥਿੰਕਿੰਗ। ਐਵੇਂ ਆਪਾਂ ਗੱਲਾਂ ਕੱਢੀ ਜਾਈਏ ਪੋਲੀਟੀਸ਼ੀਅਨਾਂ ਨੂੰ, ਦੇ ਡੋਂਟ ਹੈਵ ਐਨੀਥਿੰਗ, ਦੇਣ ਜੋਗਾ ਹੈ ਹੀ ਨਹੀਂ ਕੁਝ। ਖਾਲੀ ਉਹ ਸਾਡੇ ਉੱਤੇ ਖਰਚੇ ਨਾ ਪਾਣ ਟੈਕਸਸ ਦੇ, ਉਹੀ ਇੱਕ ਬੜਾ ਵੱਡਾ ਰਿਲੀਫ ਹੈ ਵਿਚ ਦੇ ਕੈਨ ਗਿਵ, ਨਵੇਂ ਟੈਕਸ ਨਾ ਲਗਾਉਣ। ਔਰ ਮੇਰਾ ਖਿਆਲ ਹੈ ਐਜ਼ ਅ ਹਿਊਮੈਨਿਟੀ ਹੁਣ ਅਸੀਂ ਸਾਰੇ ਤਿਆਰ ਹੈਗੇ ਆ ਕਿਸੇ ਵੀ ਇਹੋ ਜਿਹੀ ਸਿਚੁਏਸ਼ਨ ਨੂੰ ਫੇਸ ਕਰਨ ਦੇ। ਡਿਪੈਂਡ ਕਰਦਾ ਹੈ, ਦੇਖੋ ਅਸੀਂ ਸਾਰੇ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਹੋਣੇ ਕਿ COVID may not be intense this time, but I don't know what kind of mutation is coming. This virus have been mutating, so I only wish that the new mutant which comes is less severe on humanity. ਜਿਹੜੇ ਦੂਜੇ ਲੈਸਨਸ ਦੀ ਗੱਲ ਚੱਲ ਰਹੀ ਸੀ ਕਿ ਆਪਾਂ ਇੱਕ ਰਿਮਾਈਂਡਰ ਦਈਏ, ਮੇਰੇ ਖਿਆਲ ਹੈ ਇਸ ਸੈਕੰਡ ਵੇਵ ਦੇ ਦੌਰਾਨ ਕੋਈ ਇਨਸਾਨ ਇਸ ਹਿੰਦੁਸਤਾਨ ਵਿੱਚ ਨਹੀਂ ਹੈਗਾ ਜਿਹਦੇ ਕੋਈ ਨਾ ਕੋਈ ਰਿਸ਼ਤੇਦਾਰ ਬੜਾ ਕਰੀਬੀ ਇਸ ਦੌਰਾਨ ਨਾ ਗਿਆ ਹੋਏ। ਮੇਰੇ ਖਿਆਲ ਉਸ ਤੋਂ ਵੱਡਾ ਰਿਮਾਈਂਡਰ ਉਹ ਸਾਰਿਆਂ ਲਈ ਆਟੋਮੈਟਿਕਲੀ ਹੈਗਾ। ਸੋ ਰੱਬ ਨੇ ਸਾਰਿਆਂ ਨੂੰ ਰਿਮਾਈਂਡਰ ਖਾਸ ਕਰ ਇੰਡੀਆ ਵਿੱਚ ਤਾਂ ਦੇ ਹੀ ਦਿੱਤੇ ਕਿ ਦੇਖੋ ਵੀ ਆਪਣਾ ਖਿਆਲ ਰੱਖਿਓ। ਸੋ ਮੇਰੇ ਖਿਆਲ ਹੈ ਸਾਨੂੰ ਸਾਰਿਆਂ ਨੂੰ ਆਪਣਾ ਖਿਆਲ ਰੱਖਣਾ ਪੈਣਾ। ਜਿਹੜੀ ਵੀ ਇਹ ਤਰਾਸਦੀ ਆਈ ਸੀਗੀ ਸੈਕੰਡ ਵੇਵ ਦੇ ਦੌਰਾਨ, ਉਹਦੇ ਲੈਸਨ ਸਾਨੂੰ ਯਾਦ ਰਹਿਣਗੇ, ਇਹਦੇ ਚ ਕੋਈ ਦੋ ਰਾਏ ਨਹੀਂ ਹੈ। And we will be able to see, ultimately humanity will survive. We will find how to live with this situation. ਮੇਰੀ ਉਮੀਦ ਹੈ। ਜੀ ਚੀਮਾ ਸਾਹਿਬ, ਜਿਸ ਤਰ੍ਹਾਂ ਕੋਚਰ ਸਾਹਿਬ ਨੇ ਕਿਹਾ ਕਿ ਆਕਸੀਜਨ ਦੀ ਇੱਕਦਮ ਡਿਮਾਂਡ ਵੱਧ ਗਈ ਤੇ ਸਾਰੀਆਂ ਜਿਹੜੀਆਂ ਘਟਨਾਵਾਂ ਰਹੀਆਂ, ਤੁਹਾਨੂੰ ਕੀ ਲੱਗਦਾ ਕਿ ਸਿਹਤ ਸਹੂਲਤਾਂ ਜਿਹੜੀਆਂ ਹੈਗੀਆਂ ਨੇ ਅੱਜ ਦੀ ਡੇਟ ਦੇ ਵਿੱਚ ਪੂਰੀਆਂ ਹੋ ਚੁੱਕੀਆਂ ਨੇ? ਸਰ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਸਰ ਨੇ ਕਿਹਾ ਹੈ ਕਿ ਆਕਸੀਜਨ ਦੀ ਜਿਹੜੀ ਆਕਸੀਜਨ ਦੀ ਰਿਕੁਆਇਰਮੈਂਟ ਡੈਫੀਨੇਟਲੀ ਬਹੁਤ ਹਾਈ ਸੀ, ਬਟ ਇਨ ਦੀ ਐਂਡ ਟੂਵਰਡਸ ਦੀ ਐਂਡ ਆਫ ਦੀ ਸੈਕੰਡ ਵੇਵ ਜਿਹੜੀ ਆਰਗੇਨਾਈਜੇਸ਼ਨ ਸੀ ਕਿ ਕਿੰਨੇ ਕਿਧਰੋਂ ਗੱਡੀ ਲੈ ਕੇ ਆਣੀ, ਕਿੱਧਰ ਭੇਜਣੀ, ਕੀ ਕਰਨੀ, ਉਹ ਐਂਡ ਤੱਕ ਤਾਂ ਸਟ੍ਰੀਮਲਾਈਨ ਹੋ ਗਈ ਸੀ। ਸੋ ਇਫ ਇਟ ਕਮਸ ਦਿਸ ਟਾਈਮ ਵੀ ਵਿਲ ਬੀ ਬੈਟਰ ਪ੍ਰੀਪੇਅਰਡ। ਪਲੱਸ ਕੁਛ ਜਿਹੜੇ ਪਲਾਂਟਸ ਵੀ ਲੱਗ ਗਏ ਨੇ, ਆਰਮੀ ਹਸਪੀਟल्स ने अपने प्लांट्स लगा लें, गवर्नमेंट हॉस्पिटल्स ने अपने लगा लें, ਜਿਹੜੇ ਵੱਡੇ ਪ੍ਰਾਈਵੇਟ ਹਸਪੀਟल्स हैं,
So the requirement, even if it is that much, ਜਿਹੜੇ ਕਿ ਹੋਏਗੀ ਨਹੀਂ, but ਫਿਰ ਵੀ ਇਸ ਵਾਰ ਉਮੀਦ ਹੈ ਕਿ ਉਹ ਫੁੱਲਫਿਲ ਹੋ ਜਾਏਗੀ। ਪਰ ਜੇ ਇਹ ਗੱਲ ਕਰੀਏ, ਸਰਕਾਰ ਤੋਂ ਪਹਿਲਾਂ ਸਮਾਜ ਸੇਵੀ ਸੰਸਥਾਵਾਂ ਪਹਿਲਾਂ ਪਹੁੰਚਦੀਆਂ ਰਹੀਆਂ ਨੇ। ਜੀ ਡੈਫੀਨੇਟਲੀ ਹਰ ਜਗ੍ਹਾ ਦੇਖਣ ਦੇ ਵਿੱਚ ਆਇਆ ਹੈ ਕਿ ਜਿਹੜੀ NGOs ਹੈ ਜਾਂ ਅਦਰ ਆਰਗੇਨਾਈਜੇਸ਼ਨਸ ਹੈ, ਉਹਨਾਂ ਨੇ ਡੈਫੀਨੇਟਲੀ ਇੱਕ ਬਹੁਤ ਵੱਡਾ ਰੋਲ ਪਲੇ ਕੀਤਾ ਹੈ, ਚਾਹੇ ਐਂਬੂਲੈਂਸਿਸ ਦੇ ਜ਼ਰੀਏ, ਚਾਹੇ ਪੇਸ਼ੈਂਟਸ ਨੂੰ ਹਸਪੀਟਲ ਪਹੁੰਚਾਉਣ ਲਈ, ਚਾਹੇ ਜਿਹੜੇ ਵਾਪਸ ਘਰ ਹੈ ਉਹਨਾਂ ਨੂੰ ਖਾਣਾ ਪਹੁੰਚਾਉਣ ਲਈ। ਸੋ ਹਰ ਸਟੈਪ ਤੇ ਬਹੁਤ ਆਰਗੇਨਾਈਜੇਸ਼ਨਸ ਨੇ, ਇਹੀ ਤਾਂ ਹਿਊਮੈਨਿਟੀ ਦੀ ਬਿਊਟੀ ਹੈ ਕਿ ਜਦ ਲੋੜ ਹੁੰਦੀ ਹੈ ਸਭ ਇਕੱਠੇ ਹੋ ਜਾਂਦੇ ਹਨ। ਫਿਰ ਉਸ ਵੇਲੇ ਨਾ ਕੋਈ ਧਰਮ, ਨਾ ਕੋਈ ਮਜ਼ਹਬ, ਨਾ ਕੋਈ ਜਾਤ, ਸਭ ਜੋ ਹੈ ਉਹ ਇੱਕੋ ਹੀ ਹੁੰਦਾ ਹੈ। ਵਿਨੀਤ ਵਰਮਾ ਜੀ, ਤੁਸੀਂ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਮਿਸਮੈਨੇਜਮੈਂਟ ਕਿਹੜੀ ਚੀਜ਼ ਦੀ ਸਮਝਦੇ ਹੋ ਕਿ ਸਰਕਾਰ ਕੋਲ ਇਸ ਜਗ੍ਹਾ ਤੇ ਮਿਸਮੈਨੇਜਮੈਂਟ ਰਹੀ ਹੈ? ਸਾਰੀਆਂ ਚੀਜ਼ਾਂ ਆਮ ਲੋਕਾਂ ਤੱਕ, ਜੇ ਐਲਾਨਾਂ ਦੀ ਗੱਲ ਕਰੀਏ ਤਾਂ ਸਰਕਾਰ ਨੇ ਤਾਂ ਐਲਾਨ ਬਹੁਤ ਵੱਡੇ ਵੱਡੇ ਕੀਤੇ, ਪਰ ਜ਼ਮੀਨੀ ਪੱਧਰ ਤੇ ਉਹ ਚੀਜ਼ਾਂ ਨਹੀਂ ਦੇਖਣ ਨੂੰ ਮਿਲੀਆਂ। ਦੇਖੋ, ਜਿਹੜੀ ਤਾਂ ਹੈਲਥ ਦੀ ਇਹ ਕੋਵਿਡ ਦੀਆਂ 1 ਹੋ ਗਿਆ, ਸੈਕੰਡ ਵੇਵ ਹੋ ਗਿਆ, ਥਰਡ ਵੇਵ, ਇਹਦੇ ਚ ਤਾਂ ਕੋਈ ਦੁਰਾਏ ਨਹੀਂ। ਇਨਫੈਕਟ ਵੀ ਸਰਕਾਰ ਦਾ ਫੇਲੀਅਰ ਜਿਹੜਾ ਹੈਗਾ ਉਹ ਜ਼ਰੂਰ ਦੇਖਿਆ ਹੈ। ਦੇਖੋ, ਜਦੋਂ ਪਹਿਲੀ ਵੇਵ ਆਉਣ ਤੋਂ ਬਾਅਦ ਸੈਕੰਡ ਵੇਵ ਆਉਂਦੀ ਹੈ, ਤੁਹਾਨੂੰ ਪ੍ਰਿਪੇਅਰ ਹੋਣਾ ਪੈਂਦਾ, ਕਿਉਂਕਿ ਅਸੀਂ ਅਗਰ ਕੋਈ ਚੀਜ਼ ਅਸੀਂ ਆਰਗੇਨਾਈਜ਼ ਕਰ ਰਹੇ ਹਾਂ, ਅਗਰ ਕੋਈ ਗਵਰਨਮੈਂਟ ਚੀਜ਼ ਆਰਗੇਨਾਈਜ਼ ਕਰ ਰਹੀ ਹੈ, ਤਾਂ ਕਮ ਸੇ ਕਮ ਗਵਰਨਮੈਂਟ ਨੂੰ ਆਪਦਾ ਸੈਕਟਰ ਦਾ ਠੀਕ ਦੇਖੋ ਕਰ ਲੈਣਾ ਚਾਹੀਦਾ। ਤੇ ਕੋਚਰ ਸਾਹਿਬ ਵੀ ਕਹਿ ਰਹੇ ਸੀ ਵੀ ਸਰਕਾਰ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ। ਦੇਖੋ, ਬਿਲਕੁਲ ਤੁਹਾਡੀ ਗੱਲ ਠੀਕ। ਅੱਜ ਦੇਖੋ ਕਿ ਦੇਸ਼ ਦਾ ਕਿੰਨਾ ਨਾ ਕੀ ਸਥਿਤੀ ਦੇਸ਼ ਦੀ ਪਹੁੰਚ ਚੁੱਕੀ ਹੈ ਵੀ ਪੋਲੀਟੀਸ਼ੀਅਨਾਂ ਦੇ ਜਿਹੜੇ ਕੰਮ ਕਰਨ ਦੇ ਸਟਾਈਲ ਨੇ ਜਾਂ ਸਰਕਾਰਾਂ ਦੇ ਚੱਲਣ ਦੇ ਵਿੱਚ, ਹਰ ਇੱਕ ਬੰਦੇ ਨੂੰ ਇਹ ਲੱਗਦਾ ਵੀ ਸਾਨੂੰ ਆਪਣੇ ਆਪ ਨੂੰ ਵੀ ਪ੍ਰਿਪੇਅਰ ਕਰ ਲੈਣਾ ਚਾਹੀਦਾ। ਸੋ ਇਹਨਾਂ ਤੋਂ ਆਸ ਨਹੀਂ ਰੱਖਣੀ ਚਾਹੀਦੀ। ਦੇਖੋ, ਇਹ ਚੀਜ਼ਾਂ ਸਰਕਾਰ ਨੂੰ ਆਪਣਾ ਜਿਹੜਾ ਕ੍ਰੈਡੀਬਿਲਿਟੀ ਹੈ ਉਹ ਦਿਖਾਣੀ ਪਊਗੀ। ਦੇਖੋ, ਇਹ ਵਕਤ ਹਰ ਸਮੇਂ ਇੱਕੋ ਜਿਹਾ ਨਹੀਂ ਰਹਿੰਦਾ। ਔਖੀਆਂ ਇਹ ਆਈਆਂ, ਕੱਲ ਨੂੰ ਹੋਰ ਵੀ ਸ਼ਾਇਦ ਇਸ ਤੋਂ ਕੋਈ ਭਿਆਨਕ ਬਿਮਾਰੀ ਆਵੇ, ਪਰ ਉਹਦੇ ਲਈ ਸਾਨੂੰ ਪ੍ਰਿਪੇਅਰ ਜ਼ਰੂਰ ਰਹਿਣਾ ਪਊਗਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਕੋਈ ਸਾਡੀ ਡਿਮਾਂਡ ਅੱਜ ਸਡਨਲੀ ਵੱਧ ਗਈ। ਦੇਖੋ, ਜੇ ਕੋਵਿਡ ਦੀ ਵੇਵਸ ਆਉਂਦੀਆਂ ਸੀਗੀਆਂ, ਪਹਿਲੀ ਆਈ, ਦੂਜੀ ਆਈ, ਤਾਂ ਇਹ ਚੀਜ਼ਾਂ ਤਾਂ ਆਪਾਂ ਨੂੰ ਪਹਿਲਾਂ ਪਤਾ ਸੀ ਉਹਦੇ ਚ ਕੀ ਬੇਸਿਕ ਰਿਕੁਆਇਰਮੈਂਟ ਹੈ। ਹਾਂ, ਵੈਕਸੀਨੇਸ਼ਨ ਦਾ ਅਸੀਂ ਜ਼ਰੂਰ ਕਹਿ ਸਕਦੇ ਹਾਂ ਵੀ ਵੈਕਸੀਨੇਸ਼ਨ ਸ਼ਾਇਦ ਸਾਡੇ ਮੋਦੀ ਸਾਹਿਬ ਨੇ ਬਾਹਰ 80 ਦੇਸ਼ਾਂ ਨੂੰ, ਉਹਨਾਂ ਨੂੰ ਆਪਣੇ ਮਿੱਤਰ 80 ਦੇਸ਼ਾਂ ਨੂੰ ਸ਼ਾਇਦ ਭੇਜਣੀ ਉਹਨਾਂ ਨੂੰ ਜ਼ਿਆਦਾ ਜ਼ਰੂਰੀ ਸੀਗੀ। ਸ਼ਾਇਦ ਭਾਰਤ ਵਾਸੀਆਂ ਨੂੰ ਜੇ ਸ਼ਾਇਦ ਉਹੀ ਟਾਈਮ ਸਿਰ ਵੈਕਸੀਨੇਸ਼ਨ ਮਿਲੀ ਹੁੰਦੀ ਤਾਂ ਬਹੁਤ ਹੱਦ ਤੱਕ ਜਿਹੜਾ ਹੈਗਾ ਉਹ ਹੋਰ ਵੀ ਜਿਹੜਾ ਹੈਗਾ ਇਹਦਾ ਭਿਆਨਕ ਰੂਪ ਪੰਜਾਬ 'ਚ ਜਾਂ ਇੰਡੀਆ ਦੇ ਵਿੱਚ ਨਾ ਦੇਖਣ ਨੂੰ ਮਿਲਦਾ। ਔਰ ਅਗਰ ਹੈਲਥ ਇਨਫਰਾਸਟ੍ਰਕਚਰ ਤੁਹਾਡਾ ਮੁੱਢਲਾ ਠੀਕ ਹੋਵੇ, ਦੇਖੋ ਮੈਂ ਫਿਰ ਬਾਰ-ਬਾਰ ਜੀ ਤੁਹਾਨੂੰ ਗੱਲ ਕਹਿਣਾ, ਅਸੀਂ ਕੋਈ ਸਰਕਾਰ ਨੂੰ ਕਟਗਰੀ 'ਚ ਖੜਾਉਣਾ ਨਹੀਂ ਚਾਹੁੰਦੇ, ਪਰ ਮੈਂ ਇਹ ਮੇਰਾ ਆਪਣਾ ਦੇਖੋ ਤਜਰਬਾ, ਅਸੀਂ ਕੋਵਿਡ ਦੇ ਕਾਲ ਨੂੰ ਅਸੀਂ ਫਰੰਟ ਲਾਈਨ ਵਰਕਰ ਰਹੇ ਹਾਂ, ਅਸੀਂ ਬੜੀ ਨੇੜਤਾ ਨਾਲ ਦੇਖਿਆ ਜਿਹੜੀ ਮੁੱਢਲੀ ਸਹੂਲਤਾਂ ਨੇ ਨਾ, ਅਗਰ ਉਹ ਮੁੱਢਲੀ ਸਹੂਲਤਾਂ ਹੀ ਤੁਹਾਨੂੰ ਟਾਈਮ ਸੇ ਇੱਕ ਪੇਸ਼ੈਂਟ ਨੂੰ ਮਿਲ ਜਾਣ, ਡਾਕਟਰ ਸਾਹਿਬ ਮੇਰੀ ਗੱਲ ਤੋਂ ਜ਼ਰੂਰ ਐਗਰੀ ਕਰਨਗੇ, ਉਹਦੇ ਨਾਲ ਬੰਦਾ 90% ਉਹਦੀ ਜਾਨ ਬਚਾਈ ਜਾ ਸਕਦੀ ਹੈ। ਪਰ ਜੇ ਤੁਸੀਂ ਮੁੱਢਲੀ ਸਹੂਲਤਾਂ ਹੀ ਤੁਸੀਂ ਪ੍ਰੋਪਰ ਨਹੀਂ ਦੇ ਪਾ ਰਹੇ, ਤੁਸੀਂ ਅਗਰ ਉਹਦੇ ਕੋਲ ਬੈੱਡ ਨਹੀਂ ਤਾਂ ਇਲਾਜ ਕਿੱਥੋਂ ਹੋਣਾ? ਮਤਲਬ ਮੈਂ ਇਹ ਗੱਲ ਕਿੱਡੀ ਸ਼ੌਕਿੰਗ ਹੈ। ਇਲਾਜ ਦੀ ਆਪਾਂ ਗੱਲ ਕਰੀਏ, ਹੁਣ ਦੇਖੋ ਬੈੱਡ ਹੀ ਅਗਰ ਹਸਪਤਾਲਾਂ 'ਚ ਤੁਹਾਡੇ ਕੋਲ ਹੈ ਨਹੀਂ ਤਾਂ ਤੁਸੀਂ ਇਲਾਜ ਕਿਵੇਂ ਦੇ ਦੋਗੇ? ਸੋ ਕਈ ਦੇਖੋ ਨਿਰਦੋਸ਼ ਜਿਹੜੀਆਂ ਜਾਨਾਂ ਸਾਡੀਆਂ ਇਸ ਕੋਵਿਡ ਦੇ ਦੌਰਾਨ 'ਚ ਮੁੱਢਲੀ ਸਹੂਲਤਾਂ ਕਰਕੇ ਗਈਆਂ। ਇਹ ਗੱਲ ਸਾਨੂੰ ਮੰਨਣੀ ਪੈਣੀ ਹੈ। ਇਹ ਗੱਲ ਨੂੰ ਅਸੀਂ ਇਹ ਗੱਲ ਡਿਨਾਈ ਨਹੀਂ ਕਰ ਸਕਦੇ ਅੱਜ ਦੀ ਰੇਟ 'ਚ ਵੀ ਸਾਡੇ ਤੋਂ ਹੋ ਨਹੀਂ ਸਕਦਾ, ਅਸੀਂ ਕਰ ਨਹੀਂ ਸਕੇ, ਬਿਲਕੁਲ ਗਲਤ ਹੈ। ਦੇਖੋ, ਆਪਾਂ 21ਵੀਂ ਸਦੀ 'ਚ ਬੈਠੇ ਹਾਂ, ਭਾਰਤ ਇੱਕ ਸ਼ਕਤੀਸ਼ਾਲੀ ਮੁਲਕ ਆ ਅੱਜ ਦੀ ਰੇਟ 'ਚ, ਤੇ ਜੇ ਸੈਕੰਡ ਵੇਵ ਦੇ ਵਿੱਚ ਵੀ ਸਾਡੇ ਉਹੀ ਹਾਲਾਤ ਰਹਿੰਦੇ ਨੇ ਤਾਂ ਜੇ ਥਰਡ ਵੇਵ ਹੁਣ ਆਉਣੀ ਹੈ ਤਾਂ ਇਹ ਸਰਕਾਰ ਨੂੰ ਤਾਂ ਦੇਖੋ ਚੀਜ਼ਾਂ ਪਹਿਲਾਂ ਪ੍ਰਿਪੇਅਰ ਕਰਕੇ ਰੱਖਣੀਆਂ ਪੈਣਗੀਆਂ। ਇਹ ਕੋਈ ਐਕਸਕਿਊਜ਼ ਨਹੀਂ ਵੀ ਡਿਮਾਂਡ ਕਦੋਂ ਵੱਧ ਜਾਏ ਕਦੋਂ ਘਟ ਜਾਵੇ। ਸੋ ਸਰਕਾਰ ਨੂੰ ਆਪਦੀ ਜ਼ਿੰਮੇਵਾਰੀ ਜਿਹੜੀ ਉਹ ਨਿਭਾਉਣੀ ਪੈਣੀ ਆ। ਹਰ ਇੱਕ ਬੰਦਾ ਸਰਕਾਰੀ ਜਿਹੜੀ ਮਸ਼ੀਨਰੀ ਹੈ ਉੱਤੇ ਕੁਛ ਨਾ ਕੁਛ ਉਮੀਦ ਜ਼ਰੂਰ ਰੱਖਦਾ। ਔਰ ਮੈਂ ਇੱਕ ਗੱਲ ਹੋਰ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦਾ, ਦੇਖੋ ਜਿਹੜੀ ਤਾਂ ਗੱਲ ਆਪਾਂ ਰੈਵਨਿਊ ਦੀ ਅਗਰ ਗੱਲ ਕਰੀਏ ਤਾਂ ਆਮ ਇੱਕ ਸ਼ਹਿਰੀ, ਆਮ ਪੰਜਾਬੀ, ਅਗਰ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਸਵੇਰੇ ਚਾਹ ਪੀਣ ਤੋਂ ਲੈ ਕੇ ਰਾਤ ਦੀ ਰੋਟੀ ਤੱਕ ਸਰਕਾਰ ਨੂੰ ਟੈਕਸ ਦਿੰਦਾ ਹੈ, ਤੇ ਜਦੋਂ ਇਹੋ ਜਿਹੀ ਮੁਸੀਬਤ ਆਉਂਦੀ ਹੈ ਤਾਂ ਸਰਕਾਰ ਪਿੱਠ ਮੋੜ ਲਏ। ਉਹ ਗੱਲ ਬਿਲਕੁਲ ਦੇਖੋ ਚੁੱਭਦੀ ਹੈ, ਸਾਨੂੰ ਤਾਂ ਬਹੁਤ ਚੁੱਭਦੀ ਹੈ। ਤੋ ਅਸੀਂ ਇਹ ਚਾਹਾਂਗੇ ਵੀ ਸਰਕਾਰ ਵੀ ਆਪਦਾ ਜਿਹੜਾ ਰੋਲ ਹੈ, ਚਾਹੇ ਉਹ ਥਰਡ ਵੇਵ ਆਉਣੀ ਹੈ ਤਾਂ ਉਹ ਆਪਦੀ ਜਿਹੜੀਆਂ ਪ੍ਰੈਪਰੇਸ਼ਨ ਹੈ ਉਹ ਬਿਲਕੁਲ ਪਹਿਲਾਂ ਤੋਂ ਕਰੇ, ਪਹਿਲਾਂ ਤੋਂ ਆਪਦੀ ਤਿਆਰੀ ਰੱਖੇ, ਕਿਉਂਕਿ ਹਰ ਇੱਕ ਮਾਂ ਨੂੰ ਆਪਣਾ ਪੁੱਤ ਪਿਆਰਾ ਹੈ, ਹਰ ਇੱਕ ਭੈਣ ਨੂੰ ਆਪਦਾ ਭਰਾ ਪਿਆਰਾ, ਜਿਹਦੀ ਜਾਨ ਜਾਂਦੀ ਹੈ ਪਤਾ ਉਹਨੂੰ ਹੁੰਦਾ। ਬਾਕੀ ਜੋ ਆਪਾਂ ਉਹਨੂੰ ਜੋ ਮਰਜ਼ੀ ਆਪਾਂ ਉਹਨੂੰ ਕਿਸ ਤਰੀਕੇ ਨਾਲ ਮੋਲਡ ਕਰਨਾ ਉਹ ਆਪਾਂ ਸਾਰੇ ਜਾਣਦੇ ਹਾਂ ਵੀ ਸਰਕਾਰਾਂ ਅੱਜ ਤੱਕ ਕਿਵੇਂ ਮੋਲਡ ਕਰਦੀਆਂ। ਜੀ ਕੋਚਰ ਸਾਹਿਬ, ਤੁਸੀਂ ਸਹਿਮਤ ਹੋ ਕਿ ਜਿਸ ਤਰ੍ਹਾਂ ਇਹਨਾਂ ਨੇ ਗੱਲ ਕਹੀ ਹੈ, ਵਰਮਾ ਸਾਹਿਬ ਨੇ ਗੱਲ ਕੀਤੀ, ਬੈੱਡ ਹੀ ਨਹੀਂ ਹੈਗੇ, ਮੁੱਢਲੀਆਂ ਸਹਾਇਤਾ ਨਹੀਂ ਮਿਲੀਆਂ, ਤੇ ਹੋਰ ਰਹੀ ਗੱਲ ਜੇ ਪ੍ਰਾਈਵੇਟ ਹਸਪਤਾਲਾਂ ਦੀ ਗੱਲ ਕਰੀਏ, ਕਈਆਂ ਨੇ ਤਾਂ ਆਪਣੇ ਦਰਵਾਜ਼ੇ ਵੀ ਬੰਦ ਕਰ ਦਿੱਤੇ ਸੀਗੇ ਕਿ ਅਸੀਂ ਕੋਰੋਨਾ ਦੇ ਪੇਸ਼ੈਂਟ ਦਾ ਇਲਾਜ ਨਹੀਂ ਕਰਨਾ। ਇਸ ਤਰ੍ਹਾਂ ਦੀ ਸਿਚੁਏਸ਼ਨ ਦੇਖਣ ਨੂੰ ਮਿਲੀ। Actually, no country in the world was prepared to service this kind of a health issue. खाली हिंदुस्तान दी गल नहीं है, ਇਹ ਸਿਚੁਏਸ਼ਨ ਪੂਰੇ ਵਰਲਡ ਦੀ ਸੀਗੀ। ਜਿਹੜਾ ਹੈਲਥ ਇਨਫਰਾਸਟ੍ਰਕਚਰ ਬਣਦਾ ਹੈ
ਉਹ ਹੈਲਥ ਇਨਫਰਾਸਟ੍ਰਕਚਰ ਇੱਕ ਨਾਰਮਲ ਕੰਡੀਸ਼ਨ ਦੇ ਹਿਸਾਬ ਨਾਲ ਤਿਆਰ ਹੁੰਦਾ ਹੈ। ਮੈਂ ਸਮਝ ਸਕਦਾ ਕਿ ਅਸੀਂ 10% 20% ਡੈਫੀਸ਼ੀਐਂਟ ਹੋ ਸਕਦੇ ਹਾਂ ਐਜ਼ ਕੰਪੇਅਰ ਟੂ ਅਦਰ ਕੰਟਰੀਜ਼, ਲੇਕਿਨ ਅਸੀਂ ਇਹ ਕਹਿ ਲਈਏ ਕਿ ਅਸੀਂ ਆਪਣੇ ਆਪ ਨੂੰ ਵਾਰ ਫੁਟਿੰਗ ਤੇ ਇੱਕ ਇਹੋ ਜਿਹੀ ਮਹਾਮਾਰੀ ਨੂੰ ਫੇਸ ਕਰਨ ਲਈ ਤਿਆਰੀ ਕਰਕੇ ਪਹਿਲੇ ਹੀ ਰੱਖ ਲੈਂਦੇ, ਮੈਨੂੰ ਨਹੀਂ ਲੱਗਦਾ ਕਿਸੇ ਹੋਰ ਕੰਟਰੀ, ਇਟ ਹੈਜ਼ ਅ ਕਾਸਟ, ਅਲਟੀਮੇਟਲੀ ਹਰ ਚੀਜ਼ ਤੇਲ ਤੇ ਤਿਲਾਂ ਵਿੱਚੋਂ ਨਿਕਲਣਾ ਹੈ। ਸੋ ਇਹ ਜਿਹੜੀ ਪਰੇਸ਼ਾਨੀ ਆਈ ਉਹਦੇ ਹਿਸਾਬ ਨਾਲ ਹੁਣ ਉਹਨੂੰ ਮੈਚ ਕਰਨ ਲਈ ਆਉਣ ਵਾਲੇ ਟਾਈਮ ਤੇ ਸਾਨੂੰ ਆਪਣਾ ਹੈਲਥ ਇਨਫਰਾਸਟ੍ਰਕਚਰ ਇੰਪਰੂਵ ਕਰਨਾ ਗੱਲ ਸਮਝ ਆਉਂਦੀ ਹੈ। ਤੁਹਾਨੂੰ ਯੂਐਸ ਦੀ ਗੱਲ ਦੱਸਾਂ, ਉਹਨਾਂ ਨੇ ਮਨਾ ਕਰਤਾ ਸੀ ਹਸਪੀਟਲ ਲੈ ਕੇ ਨਾ, ਉਹ ਘਰ ਹੀ ਰੱਖੋ ਇਹਨਾਂ ਨੂੰ। ਓਨਲੀ ਅਬਾਊਟ ਇੰਡੀਆ। ਸੋ ਆਈ ਐਗਰੀ ਵਿਦ ਵਿਨੀ ਜੀ ਜਿਹੜੀ ਉਹ ਗੱਲ ਕਹਿ ਰਹੇ ਨੇ ਕਿ ਸਾਡੇ ਸਰਕਾਰ ਨੂੰ ਇਹ ਕਰਨਾ ਚਾਹੀਦਾ ਸੀ, ਬਟ ਨੋਬਡੀ ਇਨ ਦਾ ਵਰਲਡ ਐਵਰ ਇਮੈਜਿਨ ਦ ਸਕੇਲ, ਦ ਰਿਕੁਆਇਰਮੈਂਟ। ਸੋ ਇਹ ਹੁੰਦਾ ਹੈ, ਇਹ ਤਰਾਸਦੀਆਂ ਆਉਂਦੀਆਂ ਨੇ, ਸਾਨੂੰ ਕੁਝ ਸਿਖਾਉਣ ਵਾਸਤੇ ਆਉਂਦੀਆਂ ਨੇ, ਔਰ ਉਹਦੇ ਚੋਂ ਸਿੱਖਿਆ ਅਸੀਂ ਅਗਰ ਗ੍ਰਹਿਣ ਕਰ ਲਈਏ ਇਕਨੋਮਿਕਲੀ, ਸਪਿਰਿਚੁਅਲੀ ਔਰ ਇਨਵਾਇਰਮੈਂਟਲੀ, ਅਗਰ ਅਸੀਂ ਆਪਣੇ ਆਪ ਨੂੰ ਇਨਲਾਈਟਨ ਕਰ ਲਈਏ ਕਿ ਭਾਈ ਇਹਦੇ ਪਿੱਛੇ ਕਾਰਨ ਹੋਰ ਵੀ ਨੇ, ਖਾਲੀ ਸਰਕਾਰਾਂ ਨਹੀਂ ਹੈਗੀਆਂ। ਅਸੀਂ ਅਗਰ ਆਪਣਾ ਸੀਵੇਜ ਸਿਸਟਮ ਦੇਖੀਏ, ਅਸੀਂ ਅਗਰ ਆਪਣੇ ਜਿਹੜੀ ਵਿਲੇਜ ਪੌਂਡਸ ਹੈਗੇ ਨੇ, ਲੇਕਸ ਹੈਗੇ ਨੇ, ਅਸੀਂ ਉਸ ਪਾਸੇ ਅਗਰ ਜਾਣਾ ਸ਼ੁਰੂ ਕਰੀਏ, ਹੈਲਥ ਇਜ਼ ਨਾਟ ਓਨਲੀ ਰਿਲੇਟਡ ਟੂ ਪਾਰਕਸ, ਇਹਦੇ ਨਾਲ ਪਾਣੀ ਜਿਹੜਾ ਅਸੀਂ ਪੀ ਰਹੇ ਹਾਂ, ਜਿਹੜੀ ਹਵਾ ਸਾਡੇ ਕੋਲ ਹੈ, ਅਸੀਂ ਉਹਨਾਂ ਨੂੰ ਸੰਭਾਲਣਾ ਸ਼ੁਰੂ ਕਰੀਏ, ਬਿਮਾਰੀ ਦੀ ਸਿਵਿਰਿਟੀ ਆਲਰੇਡੀ ਕੰਮ ਘਟ ਜਾਏਗੀ। ਮੈਂ ਆਈ ਹੋਪ ਡਾਕਟਰ ਚੀਮਾ ਵਿਲ ਐਗਰੀ ਵਿਦ ਮੀ, ਜਿਹੜੇ ਮਿਊਟੇਟ ਕਰਦੀ ਹੈ ਵਾਇਰਸ, ਜਿਵੇਂ ਮਿਊਟੇਟ ਹੁੰਦਾ ਹੈ, ਉਹ ਮਿਊਟੇਸ਼ਨ ਦੇ ਪਿੱਛੇ ਇਨਵਾਇਰਮੈਂਟਲ ਇੰਪੈਕਟ ਵੀ ਬੜੇ ਨੇ, ਠੀਕ ਹੈ, ਜੈਨੇਟਿਕ ਤੇ ਹੈਗੇ ਹੀ ਨੇ। ਸੋ ਅਸੀਂ ਹੋਰ ਅਵੇਅਰ ਹੋ ਕੇ ਆਪਣੇ ਆਪ ਨੂੰ, ਆਪਣੇ ਇਨਵਾਇਰਮੈਂਟ ਨੂੰ ਇਹੋ ਜਿਹਾ ਬਣਾਈਏ ਕਿ ਇਹੋ ਜਿਹੇ ਵਾਇਰਸ ਦੇ ਇੰਪੈਕਟ ਘੱਟ ਹੋਣ, ਔਰ ਘੱਟੋ ਘੱਟ ਵਾਇਰਸ ਸਾਡੇ ਸਪਰੈਡ ਹੋ ਸਕੇ। ਜਿਵੇਂ ਆਪਾਂ ਸੋਸ਼ਲ ਡਿਸਟੈਂਸਿੰਗ ਦੀ ਗੱਲ ਕਰ ਰਹੇ ਹਾਂ, ਆਈ ਥਿੰਕ ਦੈਟ ਇਜ਼ ਆਲ ਔਨ ਅਸ ਟੂ ਐਕਸਪੈਕਟ ਕਿ ਸਰਕਾਰ ਕਿਉਂ ਨਹੀਂ ਕਰ ਸਕੀ। ਉਹ nobody expected it, it was never planned. So I think we should leave the past behind, और ऐ सोचिए आने वाले टाइम वास्ते ਅਸੀਂ better prepared ਹੋਈਏ as a human being और as a society per se, helping each other. ਜੀ ਕੋਚਰ ਸਾਹਿਬ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਸਾਰਾ ਕੁਝ ਸਰਕਾਰਾਂ ਨੇ ਤਾਂ ਕਰਨਾ ਨਹੀਂ, ਆਪਣੇ ਆਪ ਨੂੰ ਵੀ ਕੁਝ ਪ੍ਰਿਪੇਅਰ ਕਰਨਾ ਪੈਣਾ ਹੈ ਜੀ। ਚੀਮਾ ਸਾਹਿਬ, ਜਿਸ ਤਰ੍ਹਾਂ ਕੋਚਰ ਸਾਹਿਬ ਨੇ ਕਿਹਾ ਕਿ ਆਪਣੀ ਇਮਿਊਨਿਟੀ ਵੀ ਜੇ ਆਪਾਂ ਗੱਲ ਕਰੀਏ ਵੱਧਦੀ ਹੈ, এনवायरमेंट ਦੇ ਨਾਲ ਵੱਧਦੀ ਹੈ, ਐਟਮੋਸਫੇਅਰ ਦੇ ਨਾਲ ਵੱਧਦੀ ਹੈ, ਮੈਡੀਟੇਸ਼ਨ ਦੇ ਨਾਲ ਵੱਧਦੀ ਹੈ, ਤੇ ਲੋਕਾਂ ਨੂੰ ਕਿਤੇ ਨਾ ਕਿਤੇ ਇਸ ਚੀਜ਼ਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਆਪਣੀ ਇਮਿਊਨਿਟੀ ਵੱਧ ਸਕੇ। ਕਿਉਂਕਿ ਸਹੂਲਤਾਂ ਤਾਂ ਚਲੋ ਜਿਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਉਸ ਹਿਸਾਬ ਦੇ ਨਾਲ ਮਿਲਦੀਆਂ ਨੇ, ਪਰ ਜਿਹੜੀਆਂ ਇਹ ਸਹੂਲਤਾਂ ਨੇ ਆਪਣੀ ਬੋਡੀ ਲਈ ਜ਼ਿਆਦਾ ਜ਼ਰੂਰੀ ਨੇ। ਜੀ ਬਿਲਕੁਲ, ਇਮਿਊਨਿਟੀ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਬਿਮਾਰੀ ਨਾਲ ਲੜਨ ਲਈ ਜਿਹੜੀ ਅੰਦਰੂਨੀ ਤੁਹਾਡੀ ਤਾਕਤ ਹੈ ਉਹੀ ਕੰਮ ਆਉਂਦੀ ਹੈ, ਦਵਾਈਆਂ ਤਾਂ ਸਿਰਫ ਉੱਪਰੋਂ ਹੀ ਹੈਲਪ ਕਰਦੀਆਂ ਹਨ। ਇਮਿਊਨਿਟੀ ਵਧਾਉਣ ਦੇ ਬਹੁਤ ਸਿੰਪਲ ਤਰੀਕੇ ਹਨ ਔਰ 90% ਲੋਕਾਂ ਨੂੰ ਪਤਾ ਵੀ ਹਨ, ਜਿਸ ਤਰ੍ਹਾਂ ਵਰਜਿਸ਼ ਕਰਨਾ, ਜਿਹਦੇ ਵਿੱਚ ਯੋਗਾ, ਪ੍ਰਾਣਾਯਾਮ, ਇਹਨਾਂ ਦਾ ਬਹੁਤ ਵੱਡਾ ਰੋਲ ਹੈ। ਫਿਰ ਨਿਊਟ੍ਰੀਸ਼ੀਅਸ ਡਾਇਟ। ਇੱਕ ਹੋਰ ਚੀਜ਼ ਜਿਹੜੀ ਬਹੁਤ ਇੰਪੋਰਟੈਂਟ ਹੈ ਉਹ ਹੈ ਸਟ੍ਰੈਸ, ਮਾਨਸਿਕ ਤਣਾਅ। ਮਾਨਸਿਕ ਤਣਾਅ ਕਿਸ ਤਰ੍ਹਾਂ ਹੈਂਡਲ ਕਰਨਾ ਹੈ, ਕਿਉਂਕਿ ਜੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਕਹੋ ਕਿ ਮਾਨਸਿਕ ਤਣਾਅ ਨਾ ਲਿਆ ਜਾਏ, ਉਹ ਪੋਸੀਬਲ ਨਹੀਂ ਹੈ। ਮਾਨਸਿਕ ਤਣਾਅ ਹਰ ਇਨਸਾਨ ਨੂੰ ਹੈ, ਚਾਹੇ ਉਹ ਬੱਚਾ ਹੈ ਚਾਹੇ ਬਜ਼ੁਰਗ ਹੈ, ਬਟ ਉਸ ਨਾਲ ਕੋਪ ਅਪ ਕਿਵੇਂ ਕਰਨਾ ਹੈ, ਉਸ ਦੀ ਟ੍ਰੇਨਿੰਗ ਬੱਚਿਆਂ ਨੂੰ ਸਕੂਲਾਂ ਤੋਂ ਹੀ ਦੇਣੀ ਚਾਹੀਦੀ ਹੈ। ਕਿਉਂਕਿ ਬੱਚੇ ਤੁਸੀਂ ਦੇਖੋ ਸਕੂਲਾਂ ਦੇ ਵਿੱਚ ਜਾਂਦੇ ਹਨ, ਉਹਨਾਂ ਨੂੰ ਮਾਰਕਸ ਲੈਣ ਦਾ ਸਟ੍ਰੈਸ, ਜੇ ਮਾਰਕਸ ਘੱਟ ਆਣਗੇ ਪੇਰੈਂਟਸ ਕੀ ਕਹਿਣਗੇ, ਨਾਲ ਦੇ ਬੱਚੇ ਕੀ ਕਹਿਣਗੇ, ਉਸ ਚੀਜ਼ ਦਾ ਸਟ੍ਰੈਸ। ਸੋ ਇਹ ਸਟ੍ਰੈਸ ਮੈਨੇਜਮੈਂਟ ਟੈਕਨੀਕਸ ਸਕੂਲਾਂ ਦੇ ਵਿੱਚੋਂ ਛੋਟੀਆਂ ਕਲਾਸਾਂ ਤੋਂ ਹੀ ਸ਼ੁਰੂ ਕਰ ਦੇਣੇ ਚਾਹੀਦੇ ਹਨ, ਤਾਂ ਕਿ ਇੱਕ ਤਾਂ ਉਹਨਾਂ ਦੀ ਇੰਪੋਰਟੈਂਸ ਬੱਚੇ ਦੇ ਮਾਈਂਡ ਦੇ ਵਿੱਚ ਹੋਵੇ, ਦੂਸਰੀ ਗੱਲ ਜਦ ਤੱਕ ਉਹ ਬੱਚਾ ਵੱਡਾ ਹੋਵੇ ਉਹ ਉਹਦੀ ਪਰਸਨੈਲਿਟੀ ਦਾ ਹਿੱਸਾ ਬਣਿਆ ਹੋਵੇ ਕਿ ਹਾਂ ਸਟ੍ਰੈਸ ਆਏਗਾ, ਪਰ ਮੈਨੂੰ ਪਤਾ ਮੈਂ ਇਸ ਸਟ੍ਰੈਸ ਨੂੰ ਹੈਂਡਲ ਕਿਵੇਂ ਕਰਨਾ ਹੈ। ਜਦ ਸਟ੍ਰੈਸ, ਡਾਇਟ ਤੇ ਨਾਲ ਐਕਸਰਸਾਈਜ਼, ਇਹ ਤਿੰਨ ਚੀਜ਼ਾਂ ਮਿਲ ਜਾਂਦੀਆਂ ਹਨ, ਉਸ ਦੇ ਨਾਲ ਬਿਮਾਰੀ ਦਾ ਆਊਟਕਮ ਦਾ ਬਹੁਤ ਵੱਡਾ ਫਰਕ ਪੈਂਦਾ ਹੈ। ਸੋ ਮੈਂ ਕੋਚਰ ਸਾਹਿਬ ਨਾਲ ਬਿਲਕੁਲ ਐਗਰੀ ਕਰਦਾ ਹਾਂ ਕਿ ਇਹ ਚੀਜ਼ਾਂ ਸਾਨੂੰ ਸ਼ੁਰੂ ਤੋਂ ਹੀ ਸਾਰਿਆਂ ਨੂੰ ਇੰਬਾਈਬ ਕਰਨੀਆਂ ਚਾਹੀਦੀਆਂ ਹਨ। ਇਟਸ ਨੈਵਰ ਟੂ ਲੇਟ। ਜੋ ਹੋ ਗਿਆ ਉਹ ਠੀਕ ਹੈ,
ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈ ਕੋਈ ਅੱਜ ਤੋਂ 10 20 30 ਸਾਲ ਬਾਅਦ ਕੋਈ ਹੋਰ ਇਹੋ ਜਿਹੀ ਚੀਜ਼ ਆਵੇ ਜਦ ਬਜ਼ੁਰਗ ਤਾਂ ਨਾ ਹੋਣ, ਜਿਹੜਾ ਅੱਜ ਬੱਚਾ 10 ਸਾਲ ਦਾ ਹੈ ਜਾਂ 20 ਸਾਲ ਦਾ ਹੈ ਉਹਨੂੰ ਉਹ ਦੇਖਣ ਦਾ ਵੀ ਮੌਕਾ ਮਿਲੇ ਤਾਂ ਉਹ ਐਟਲੀਸਟ ਜਿਹੜੇ ਲੈਸਨਸ ਹੁੰਦੇ ਨੇ ਉਹਨਾਂ ਨੂੰ ਯਾਦ ਕਰੇ। ਤੇ ਸਰਕਾਰ ਵੀ ਇੱਕ ਬਲੂਪ੍ਰਿੰਟ ਬਣਾਵੇ ਕਿ ਜਿਸ ਦੇ ਤਹਿਤ ਜੇ ਇਦਾਂ ਦੀ ਕੋਈ ਆਪਦਾ ਆਉਂਦੀ ਹੈ ਤਾਂ ਜਲਦੀ ਤੋਂ ਜਲਦੀ ਰਿਐਕਸ਼ਨ ਟਾਈਮ ਮਿਨੀਮਾਈਜ਼ ਕਿਵੇਂ ਕਰਨਾ ਹੈ ਉਹ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਕਿ ਸਾਨੂੰ ਸਿੱਖ ਲੈਣਾ ਚਾਹੀਦਾ ਸੀ ਕਿ ਜੇ ਹਰ ਕੰਟਰੀ ਦੇ ਵਿੱਚ ਸੈਕੰਡ ਵੇਵ ਆ ਰਹੀ ਹੈ ਤਾਂ ਸਾਡੇ ਵਿੱਚ ਵੀ ਐਕਸਪੈਕਟਡ ਹੈ। ਸੋ ਉਹ ਐਕਸਪੈਕਟ ਕਰਕੇ ਇਹ 20 to 30% we should have enhanced, ਸਾਨੂੰ ਆਪਣੀਆਂ ਸਰਵਿਸਿਜ਼ ਐਂਡ ਅਵੇਅਰਨੈਸ ਇੰਪਰੂਵ ਕਰ ਲੈਣੀ ਚਾਹੀਦੀ ਸੀ। ਉਹਦੇ ਨਾਲ ਡੈਫੀਨੇਟਲੀ ਨੰਬਰ ਆਫ ਡੈਥਸ, ਨੰਬਰ ਆਫ ਹਸਪੀਟਲਾਈਜੇਸ਼ਨਸ ਦਾ ਫਰਕ ਪੈਣਾ ਸੀ। ਇੱਕ ਜਿਹੜੀ ਮੈਂ ਸਭ ਤੋਂ ਇੰਪੋਰਟੈਂਟ ਗੱਲ ਕਹਿਣਾ ਚਾਹੁੰਦਾ ਹਾਂ ਕਿ ਲੋਕਾਂ ਦੇ ਵਿੱਚ ਇੱਕ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਜਦ ਵੀ ਤੁਹਾਨੂੰ ਬਿਮਾਰੀ ਹੈ ਔਰ ਜੇ ਥੋੜਾ ਜਿਹਾ ਵੀ ਸ਼ੱਕ ਪੈਂਦਾ ਹੈ ਤਾਂ ਟੈਸਟ ਕਰਾਉਣ ਦੇ ਵਿੱਚ ਕੋਈ ਹਰਜ ਨਹੀਂ। ਜਲਦੀ ਬਿਮਾਰੀ ਪਕੜਨੀ ਤੇ ਲੇਟ ਪਕੜਨੀ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਪਰਸੈਂਟੇਜ ਆਫ ਡੈਥ ਦਾ। ਜਿਹੜੇ ਬਜ਼ੁਰਗ 90 ਸਾਲ ਦੇ ਵੀ ਹਸਪੀਟਲਸ ਦੇ ਵਿੱਚ ਪਹਿਲੇ ਜਾਂ ਦੂਸਰੇ ਦਿਨ ਆਏ ਉਹਨਾਂ ਦਾ ਬਚ ਕੇ ਜਾਣ ਦਾ ਪਰਸੈਂਟੇਜ ਡੈਫੀਨੇਟਲੀ ਜ਼ਿਆਦਾ ਹੈ ਬਜਾਏ ਇਹ ਕਿ ਜੇ ਕੋਈ ਜਵਾਨ ਬੰਦਾ ਵੀ 7ਵੇਂ 8ਵੇਂ ਦਿਨ ਆ ਰਿਹਾ, ਕਿਉਂਕਿ 8ਵੇਂ 10ਵੇਂ ਦਿਨ ਤੱਕ ਜੋ ਵਾਇਰਸ ਨੇ ਲੰਗਸ ਦੇ ਉੱਤੇ ਡੈਮੇਜ ਕਰਨਾ ਹੁੰਦਾ ਹੈ ਉਹ ਕਰ ਚੁੱਕਿਆ ਹੁੰਦਾ ਹੈ, ਉਹਨੂੰ ਤੁਸੀਂ ਰਿਵਰਸ ਕਰਨਾ ਬਹੁਤ ਮੁਸ਼ਕਿਲ ਹੈ। ਸੋ ਅਵੇਅਰਨੈਸ ਅਬਾਊਟ ਦ ਡਿਜ਼ੀਜ਼, अर्ਲੀ ਰੈਕਗਨੀਸ਼ਨ, ਜਲਦੀ ਤੋਂ ਜਲਦੀ ਕੀ ਹੋ ਜਾਏਗਾ, ਇੱਕ ਵਾਰ ਟੈਸਟ ਕਰਾ ਲੋਗੇ ਨੈਗੇਟਿਵ ਆ ਜਾਏਗਾ, ਬਹੁਤ ਅੱਛਾ, ਘਰ ਬੈਠ ਜਾਓ, ਜੇ ਪॉजिटिव ਆਏਗਾ ਜਲਦੀ ਤੋਂ ਜਲਦੀ ਇਲਾਜ ਸ਼ੁਰੂ ਕਰੋ ਤਾਂ ਕਿ ਨੁਕਸਾਨ ਨਾ ਹੋਵੇ। ਜੀ ਆਖਰੀ ਕਮੈਂਟ, ਸਾਡੇ ਕੋਲ ਸਮੇਂ ਦੀ ਘਾਟ ਹੋਣ ਕਾਰਨ ਮੈਂ ਇੱਕ ਆਖਰੀ ਕਮੈਂਟ ਲੈਣਾ ਚਾਹਾਂਗਾ। ਵਰਮਾ ਸਾਹਿਬ, ਤੁਹਾਡਾ ਕੀ ਕਹਿਣਾ ਹੈ ਸਾਰੇ ਦੇ ਉੱਤੇ? ਦੇਖੋ ਸਾਡਾ ਘੱਟ ਸ਼ਬਦਾਂ ਵਿੱਚ ਥੋੜਾ ਦੇਖੋ, ਸਰਕਾਰ ਆਪਦਾ ਰੋਡਮੈਪ ਤਿਆਰ ਕਰੇ, ਆਪਦਾ ਬਲੂਪ੍ਰਿੰਟ ਤਿਆਰ ਕਰੇ। ਇਹ ਆਪਦਾ ਹੈ, ਕੱਲ ਹੋਰ ਵੀ ਆਉਂਦੀਆਂ ਰਹਿਣਗੀਆਂ। ਹੈਲਥ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰੇ। ਹੈਲਥ ਇਨਫਰਾਸਟ੍ਰਕਚਰ ਬਿਨਾਂ ਦੇਖੋ ਕਿਸੇ ਸਟੇਟ ਦਾ, ਕਿਸੇ ਦੇਸ਼ ਦਾ ਗੁਜ਼ਾਰਾ ਨਹੀਂ ਹੈ। ਇਹਨੂੰ ਚਾਹੇ ਜਿੱਦਾਂ ਮਰਜ਼ੀ ਆਪਾਂ ਮੋਲਡ ਕਰ ਲਈਏ, ਅੱਜ ਦੀ ਡੇਟ 'ਚ ਸਰਕਾਰਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਤਹਿ ਦਿਲੋਂ ਨਿਭਾਉਣੀ ਪਊਗੀ। ਸਰਕਾਰਾਂ ਹੁੰਦੀਆਂ ਇਸੇ ਵਾਸਤੇ ਨੇ ਵੀ ਜੇ ਔਖੀ ਘੜੀ ਦੇ ਵਿੱਚ ਆਪਣਾ ਇਨਫਰਾਸਟ੍ਰਕਚਰ ਉਹ ਮਜ਼ਬੂਤ ਕਰਨਗੀਆਂ ਤਾਂ ਹੀ ਜਿਹੜਾ ਹੈਗਾ ਗਾਹਾਂ ਆਪਾਂ ਹੋਰ ਵੀ ਅਗਲੀ ਜਿਹੜੀ ਸਾਡੀਆਂ ਜਨਰੇਸ਼ਨ ਨੇ ਉਹ ਤਾਂ ਹੀ ਅੱਗੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਅੱਗੇ ਸਰਵਾਈਵ ਕਰ ਸਕਣਗੇ। ਜੀ, ਸੋ ਇਹ ਤੁਸੀਂ ਦਰਸ਼ਕੋ ਤੁਸੀਂ ਸੁਣਿਆ, ਸਾਡੇ ਨਾਲ ਸਪੈਸ਼ਲ ਗੈਸਟ ਜੁੜੇ ਸਨ ਵਿਨੀਤ ਵਰਮਾ ਜੀ ਵਪਾਰ ਮੰਡਲ ਤੋਂ, ਡਾਕਟਰ ਚੀਮਾ ਜੀ ਤੇ ਨਾਲ ਕੋਚਰ ਸਾਹਿਬ ਜੁੜੇ ਸਨ, ਜਿਨ੍ਹਾਂ ਨੇ ਸਾਰੀਆਂ ਗੱਲਾਂ ਦੱਸੀਆਂ ਨੇ ਕਿ ਕਿਸ ਤਰ੍ਹਾਂ ਅਸੀਂ ਹੁਣ ਤੀਸਰੀ ਲਹਿਰ ਦੇ ਲਈ ਪ੍ਰਿਪੇਅਰ ਹੋ ਸਕਦੇ ਆ। ਤੇ ਨਾਲ ਦੇ ਨਾਲ ਹੀ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਸਰਕਾਰਾਂ ਕਿਸ ਤਰ੍ਹਾਂ ਜੋ ਪਿਛਲੇ ਸਮੇਂ ਦੇ ਵਿੱਚ ਜੋ ਸਮਾਂ ਨਿਕਲਿਆ, ਜੋ ਲੋਕਾਂ ਨੂੰ ਉਹ ਹਾਲਾਤ ਦੇਖਣੇ ਪਏ ਨੇ ਜ਼ਮੀਨੀ ਪੱਧਰ ਦੇ ਉੱਤੇ, ਜੋ ਅਸਲੀਅਤ ਦੇ ਹਾਲਾਤ ਸਨ ਉਹ ਦੇਖਣੇ ਪਏ ਨੇ, ਉਹ ਕਿਵੇਂ ਉੱਭਰ ਸਕਦੇ ਆ। ਤੇ ਨਾਲ ਦੀ ਨਾਲ ਹੁਣ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਤੇ ਜਿਸ ਤਰ੍ਹਾਂ ਲੋਕਾਂ ਵੱਲੋਂ ਕੱਟ ਕੀਤੇ ਜਾ ਰਹੇ ਉਹਨਾਂ ਨੂੰ ਵੀ ਥੋੜਾ ਕੰਟਰੋਲ ਕਰਨ ਦੀ ਲੋੜ ਹੈ, ਕਿਉਂਕਿ ਲੋਕਾਂ ਨੂੰ ਵੀ ਆਪਣੀ ਸਿਹਤ ਰੱਖਣ ਦੇ ਲਈ, ਆਪਣੀ ਸਿਹਤ ਸਹੀ ਰੱਖਣ ਦੇ ਲਈ ਆਪਣੇ ਆਪ ਨੂੰ ਹੀ ਸਮਝਣਾ ਪਵੇਗਾ, ਕਿਉਂਕਿ ਇਹ ਬਿਮਾਰੀਆਂ ਕਿਸੇ ਨੂੰ ਵੀ ਨਹੀਂ ਪਤਾ ਕਿ ਕਦੋਂ ਕਿਹੜੀ ਬਿਮਾਰੀ ਆ ਜਾਣੀ ਹੈ। ਸਰਕਾਰਾਂ ਵੀ ਸਾਡੇ ਵਿੱਚੋਂ ਲੋਕ ਚਲਾਉਂਦੇ ਨੇ, ਸਾਡੇ ਵਿੱਚੋਂ ਹੀ ਉੱਠ ਕੇ ਲੋਕ ਚਾਹੁੰਦੇ ਨੇ ਜਿਹੜੀ ਸਰਕਾਰ ਚਲਾਉਂਦੇ ਨੇ। ਸਰਕਾਰ ਦਾ ਕੰਮ ਹੈ ਉਹ ਆਪਣਾ ਕਰ ਰਹੇ ਨੇ, ਪਰ ਲੋਕਾਂ ਨੂੰ ਆਪਣਾ ਕੰਮ ਜ਼ਰੂਰ ਆਪ ਕਰਨਾ ਚਾਹੀਦਾ। ਉਮੀਦ ਕਰਦੇ ਹਾਂ ਕਿ ਜੋ ਤੀਸਰੀ ਲਹਿਰ ਦੀ ਸੰਭਾਵਨਾ ਹੈ ਉਹ ਘੱਟ ਆਵੇ ਤੇ ਨਾ ਹੀ ਆਵੇ ਤੇ ਸਭ ਤੋਂ ਵਧੀਆ। ਤੇ ਸਾਰਿਆਂ ਨੂੰ ਮੈਂ ਧੰਨਵਾਦ ਕਰਦਾ, ਕੋਚਰ ਸਾਹਿਬ, ਵਰਮਾ ਸਾਹਿਬ ਤੇ ਚੀਮਾ ਸਾਹਿਬ ਸਾਡੇ ਨਾਲ ਜੁੜਨ ਦੇ ਲਈ, ਤੇ ਧੰਨਵਾਦ। ਸੋ ਹਰ ਇੱਕ ਅਪਡੇਟ ਲਈ ਜੁੜੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ। Thank you so much. Okay, thank you, bye bye.